ਵੇਲੇ ਸਿਰ ਵਿਆਹ ਨਾ ਹੋਣਾ ਕਿਤੇ ਨਾ ਕਿਤੇ, ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਸੀ ਕਿ ਜਦੋਂ ਅਜੋਕੇ ਵੇਲੇ ਵਿਆਹ ਵੇਲੇ ਸਿਰ ਨਹੀਂ ਹੁੰਦੇ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉੱਥੋਂ ਹੀ ਸ਼ੁਰੂ ਹੁੰਦੀਆਂ। 21 22 23 ਸਾਲ ਇੱਕ ਉਮਰ ਹੁੰਦੀ ਹੈ ਵੀ ਬੱਚੇ ਦਾ ਵਿਆਹ ਹੋ ਜਾਵੇ, ਉਹ ਅੱਗੇ ਬੱਚੇ ਕਰਨਾ ਸ਼ੁਰੂ ਕਰ ਦੇਣ ਤਾਂ ਕਿ ਉਹ ਜਦੋਂ ਬੱਚੇ ਨੂੰ ਦੇਖਣਗੇ, ਜਿਹੜਾ ਨਵਾਂ ਬੱਚਾ ਨਵੀਂ ਇੱਕ ਪੁਸ਼ਤ ਤੁਸੀਂ ਦਿਓਗੇ, ਜਦੋਂ ਤੁਸੀਂ ਉਹਨੂੰ ਦੇਖੋਗੇ ਤੁਹਾਡੇ ਚਿਹਰੇ ਦੇ ਤੁਹਾਡੇ ਬਾਡੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਹਾਰਮੋਨਸ ਰਿਲੀਜ਼ ਹੋਣਗੇ। ਬਟ ਉਹ ਅੱਜ ਦੀ ਡੇਟ ਸਭ ਕੁਝ ਆਪਦੇ ਹੱਥ ਕਰ ਰਿਹਾ ਵਾ ਤਾਂ ਉਹ 30 ਸਾਲ 35 ਸਾਲ 40 ਸਾਲ ਤੱਕ ਕਰ ਰਿਹਾ ਵਾ ਐਂਡ ਉਹਦੇ ਕਾਰਨ ਉਹ ਕਿਸੇ ਨੂੰ ਬਲੇਮ ਵੀ ਨਹੀਂ ਕਰ ਪਾ ਰਿਹਾ। ਕਿਹੋ ਜਿਹੇ ਤੁਹਾਡੇ ਕੋਲ ਇੱਥੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਉਂਦੇ ਨੇ ਅਤੇ ਕਿਹੋ ਜਿਹੀਆਂ ਦਿੱਕਤਾਂ ਪਰੇਸ਼ਾਨੀਆਂ? ਮੈਨੂੰ ਲੱਗਦਾ ਕਿ ਤੁਹਾਡੇ ਨਾਲ ਜ਼ਿਆਦਾ ਖੁੱਲ੍ਹ ਕੇ ਮੈਂ ਦੇਖ ਰਿਹਾ ਸੀ ਕਿ ਤੁਹਾਡੇ ਨਾਲ ਜ਼ਿਆਦਾ ਖੁੱਲ੍ਹ ਕੇ ਉਹ ਗੱਲ ਕਰਦੇ ਨੇ ਕੰਪੈਰੇਟਿਵਲੀ। ਕਈ ਵਾਰ ਵੈਦ ਜੀ ਤੋਂ ਝੇਪ ਖਾ ਜਾਂਦੇ ਨੇ। ਅਤੇ ਮੇਰਾ ਕੋਈ ਜ਼ਿਆਦਾ ਇੰਟਰਸਟ ਨਹੀਂ ਸੀਗਾ, ਮੈਨੂੰ ਆਏ ਸੀ ਵੀ ਠੀਕ ਹੈ ਇੱਕ ਬਿਜ਼ਨਸ ਕਰਾਂਗੇ, ਕੰਮਕਾਰ ਚਲਾਵਾਂਗੇ ਅਤੇ ਠੀਕ ਹੈ। ਬਟ ਜਦੋਂ ਮੈਂ ਤੁਹਾਡੀ ਇੰਟਰਵਿਊ ਦੇਖੀ, ਉਹਦੇ ਥੱਲੇ ਜਦੋਂ ਲੋਕਾਂ ਦੇ ਕਮੈਂਟਸ ਦੇਖੇ, ਕੈਨੇਡਾ ਦੇ ਵਿੱਚ ਕਾਫੀ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਫਾਦਰ ਸਾਹਿਬ ਮੈਨੂੰ ਦਵਾਈ ਭੇਜ ਦਿੰਦੇ ਸੀਗੇ ਐਂਡ ਅੱਗੇ ਮੈਂ ਉਹਨਾਂ ਨੂੰ ਹੈਂਡ ਓਵਰ ਕਰ ਦਿੰਦਾ ਸੀ। ਇਸ ਵੇਲੇ ਦਾ ਨੌਜਵਾਨ ਕੀ ਸੋਚ ਰਿਹਾ ਹੈ, ਆਪਣੇ ਭਵਿੱਖ ਨੂੰ ਲੈ ਕੇ ਕੀ ਸੋਚ ਰਿਹਾ ਹੈ, ਆਪਣੀ ਜਿਹੜੀ ਲਾਈਫ ਨੂੰ ਲੈ ਕੇ, ਸਮਾਜਿਕ ਜੀਵਨ ਨੂੰ ਲੈ ਕੇ ਕੀ ਸੋਚ ਰਿਹਾ? ਉਹ ਇਹ ਸੋਚ ਰਿਹਾ ਵੀ ਜੋ ਮੈਂ ਸੋਚ ਰਿਹਾ ਉਹੀ ਸਹੀ ਸੋਚ ਰਿਹਾ। ਜਿਹੜੀ ਚੀਜ਼ ਨੇ ਕੁਦਰਤ ਦੇ ਹਿੱਤ 'ਚ ਇਸਤੇਮਾਲ ਹੋਣਾ ਸੀ ਜਾਂ ਕੁਦਰਤ ਨੇ ਆਪਦੇ ਵਾਸਤੇ ਕ੍ਰੀਏਟ ਕੀਤੀਆਂ ਸੀ ਚੀਜ਼ਾਂ, ਉਹਨੂੰ ਅਸੀਂ ਆਪਦੇ ਪਰਸਨਲ ਨਿੱਜੀ ਪਲੇਜ਼ਰ ਵਾਸਤੇ ਯੂਜ਼ ਕਰਨ ਲੱਗ ਗਏ। ਜਾਂ ਮਾਪੇ ਨੇ ਜਿਹੜੇ ਸੈਟਲ ਹੁੰਦੇ, ਜਿਨ੍ਹਾਂ ਨੂੰ ਪੁੱਛ ਲਓ ਕਿ ਤੁਹਾਡਾ ਮੁੰਡਾ ਜਾਂ ਕੁੜੀ ਦਾ ਵਿਆਹ ਦਾ ਉਮਰ ਹੋ ਗਈ ਹੈ ਅਤੇ ਉਹ ਕਹਿਣਗੇ ਜੀ ਪਹਿਲਾਂ ਇਹਨਾਂ ਨੂੰ ਸੈਟਲ ਕਰ ਦਈਏ ਫਿਰ ਵਿਆਹ ਦੇਖਾਂਗੇ। ਕਿਉਂਕਿ ਉਹ ਬੰਦੇ ਨੂੰ ਦਵਾਈ ਦੀ ਲੋੜ ਹੀ ਨਹੀਂ। ਮੈਂ ਅੱਜ ਦੇ ਟਾਈਮ 'ਚ ਦਵਾਈ ਦੇ ਕੇ ਬੜਾ ਉਹਨੂੰ ਕਹਿ ਦੂੰਗਾ ਵੀ ਤੂੰ ਠੀਕ ਆ, ਬਟ ਉਹ ਜਿਹੜੀ ਉਹਦੇ ਮਨ ਦੇ ਉੱਤੇ ਗੱਲ ਲਿਖੀ ਜਾਊਗੀ, ਛੋਟਾ ਮੂੰਹ ਵੱਡੀਆਂ ਗੱਲਾਂ ਨੇ। ਬਟ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਨੂੰ ਮੇਰਾ ਬੱਚਾ ਵੀ ਇਸੇ ਸੁਸਾਇਟੀ 'ਚ ਹੀ ਆਉਣਾ, ਸੋ ਜਿਹੋ ਜਿਹੀ ਸੁਸਾਇਟੀ ਮੈਂ ਬਣਾ ਦੂੰਗਾ ਉਹੀ ਸੁਸਾਇਟੀ 'ਚ ਉਹਨੇ ਰਚ ਜਾਣਾ। ਅਤੇ ਕੇਸ ਮੈਂ ਸੁਣ ਕੇ ਦੇਖਿਆ ਵਾ, ਉਹਨਾਂ ਦੀ ਕੇਸ ਸਟੱਡੀ ਆ। ਜਦੋਂ ਫਾਦਰ ਸਾਹਿਬ ਵੀ ਕੇਸ ਸਟੱਡੀ ਫੜਦੇ, ਫਿਰ ਮੇਰੇ ਫਾਦਰ ਵੀ ਕਹਿੰਦੇ ਵੀ ਚੱਲ ਠੀਕ ਆ, ਤੂੰ ਪੈਸੇ ਮਗਰ ਨਹੀਂ ਗਿਆ, ਤੂੰ ਬੰਦਾ ਜੋੜਿਆ। 70 ਈਅਰਸ ਦੀ ਏਜ 'ਤੇ ਜਾ ਕੇ ਵੀ ਉਹ ਹਜੇ ਵੀ ਕਹਿੰਦੇ ਮੈਂ ਸੈਟਲਡ ਨਹੀਂ ਹੈਗਾ। ਜੇ ਉਹ ਕਹਿੰਦੇ ਮੈਂ ਸੈਟਲਡ ਹੋ ਗਿਆ ਤਾਂ ਉਹ ਕਹਿੰਦੇ ਵੀ ਮੇਰਾ ਜਿਹੜਾ ਪੋਤਾ ਵਾ ਉਹ ਨਹੀਂ ਸੈੱਟ ਹੈਗਾ ਵਾ, ਇਹਨੂੰ ਕੋਈ ਅਫਸਰ ਲਵਾ ਦਈਏ। ਇਹਦਾ ਮਤਲਬ ਇਹ ਆ ਵੀ ਇੱਥੇ ਸੈੱਟ ਕੋਈ ਹੋਇਆ ਹੀ ਨਹੀਂ। ਕਰੋ ਫਿਰ ਸੈਟਲ, ਪਹਿਲਾਂ ਆਪ ਸੈੱਟ ਹੋ ਜਾਓ। ਵੀ ਆਪ ਉਹੀ ਗੱਲ ਆ ਨਾ ਜੀ, ਅਸੀਂ ਆਪਦੇ ਐਕਸਪੀਰੀਅੰਸ ਤੋਂ ਸਿੱਖਿਆ ਕੀ। ਮੈਂ 2 ਸਾਲ ਕੈਨੇਡਾ ਸਟੱਡੀ ਕੀਤੀ, ਨਾਲ ਹਸਲ ਕੀਤਾ, ਨਾਲ ਬੜੇ ਤਰ੍ਹਾਂ ਦਾ ਮੇਰਾ ਲਾਈਫ ਸਟਾਈਲ ਰਿਹਾ ਉੱਥੇ, ਸਭ ਕੁਛ ਕੀਤਾ। ਬਟ ਐਂਡ ਆਫ ਦਾ ਡੇ ਜੇ ਮੈਂ ਉਹਦਾ ਐਨਾਲਿਸਿਸ ਨਹੀਂ ਨਾ ਕਰ ਸਕਿਆ ਤਾਂ ਮੈਂ ਅੱਗੇ ਕਿਸੇ ਨੂੰ ਪ੍ਰੋਪਰ ਰਹਿ ਨਹੀਂ ਦੇ ਸਕੂੰਗਾ। ਸੋ ਇੱਥੇ ਆਪਾਂ ਪੇਰੈਂਟਸ ਨੂੰ ਵੀ ਕਹਿ ਸਕਦੇ ਹਾਂ ਵੀ ਉਹਨਾਂ ਨੇ ਸਭ ਕੁਛ ਕਰਕੇ ਦੇਖਿਆ, ਮੁੜ ਕੇ ਉਹੀ ਗਧੀ ਗੇੜ 'ਚ ਸਾਰੇ ਜਵਾਕਾਂ ਨੂੰ ਵੀ ਪਤਾ ਵੀ ਪੈਸੇ ਕਮਾਓ ਪੈਸੇ ਕਮਾਓ ਪੈਸੇ ਕਮਾਓ। ਮਤਲਬ ਉਹ ਗਧੀ ਗੇੜ 'ਚੋਂ ਉਹਨਾਂ ਨੇ ਆਪ ਉਹ ਜੂਨ ਜੀ ਕੇ ਦੇਖ ਲਈ ਵੀ ਇਹ ਜੂਨ 'ਚ ਕੁਛ ਨਹੀਂ ਹੈਗਾ। ਬਟ ਉਹ ਐਕਸਪੀਰੀਅੰਸ ਅੱਗੇ ਕੀ ਦਿੱਤਾ, ਕਰਨਾ ਇਹੀ ਆ। ਫਿਰ ਤੁਸੀਂ ਕੀ ਦੱਸਦੇ ਹੋ ਇੱਥੇ ਆਖਰੀ ਦੇ ਵਿੱਚ? ਮੈਂ ਤੁਹਾਡੇ ਕੋਲ ਪੁੱਛਣਾ, ਜਿਹੜਾ ਤੁਹਾਡੇ ਕੋਲ ਆਉਂਦੇ ਨੇ ਇੱਥੇ ਮੁੰਡੇ ਆਉਂਦੇ ਨੇ, ਉਹਨਾਂ ਨੂੰ ਫਿਰ ਤੁਸੀਂ ਕੀ ਸਮਝਾ ਕੇ ਤੋਰਦੇ, ਜਿਹਨਾਂ ਨੂੰ ਲੱਗਦਾ ਹੈ ਕਿ ਕਈ ਵਾਰ ਓਪੋਜ਼ਿਟ ਸੈਕਸ ਵੱਲ ਬੜੇ ਮੁਤਾਸਰ ਹੋ ਜਾਂਦੇ ਨੇ, ਬੜੇ ਖਿੱਚੇ ਜਾਂਦੇ ਨੇ, ਆਕਰਸ਼ਿਤ ਹੋ ਜਾਂਦੇ ਨੇ? ਮੈਂ ਇੱਕ ਗੱਲ 'ਤੇ ਬੜਾ ਫਰੂਕੀ ਸਾਹਿਬ ਵਿਸ਼ਵਾਸ ਕਰਦਾ ਵਾਂ, ਗੁਰੂ ਗ੍ਰੰਥ ਸਾਹਿਬ 'ਤੇ। ਅਤੇ ਜਦੋਂ ਤੁਸੀਂ ਕੁਦਰਤ ਦੇ ਨਾਲ ਹੋ ਜਾਂਦੇ ਹੋ ਨਾ, ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇਸ ਵੇਲੇ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਇਸ ਹੱਦ ਤੱਕ ਭਟਕ ਚੁੱਕੇ ਨੇ ਜਾਂ ਕੁਰਾਹੇ ਪੈ ਚੁੱਕੇ ਨੇ, ਅਸੀਂ ਕਹਿ ਲਈਏ, ਸਾਰੇ ਨਹੀਂ ਲੇਕਿਨ ਲਗਭਗ, ਜਿਨ੍ਹਾਂ ਨੂੰ ਫਿਰ ਉਹ ਅਜਿਹੇ ਮੋੜ 'ਤੇ ਆਪਣੀ ਜ਼ਿੰਦਗੀ 'ਤੇ ਪਹੁੰਚ ਜਾਂਦੇ ਨੇ ਕਿ ਉਹਨਾਂ ਨੂੰ ਹਰ ਪਾਸੇ ਜਿਹੜਾ ਹਨੇਰਾ ਅਤੇ ਨਿਰਾਸ਼ਤਾ ਨਜ਼ਰ ਆਉਣ ਲੱਗ ਜਾਂਦੀ ਹੈ। ਅਜਿਹੇ ਦੇ ਵਿੱਚ ਅਸੀਂ ਜਿਹੜਾ ਵੈਦ ਜਗਦੀਪ ਸਿੰਘ ਹੋਰਾਂ ਦੀਆਂ ਜਿਹੜੀਆਂ ਇੰਟਰਵਿਊਜ਼ ਨੇ ਉਹ ਕੀਤੀਆਂ ਨੇ, ਕਿਸ ਤਰੀਕੇ ਨਾਲ ਉਸ ਨਿਰਾਸ਼ਤਾ 'ਚੋਂ ਬਾਹਰ ਨਿਕਲਣਾ ਚਾਹੀਦਾ ਹੈ, ਕਿਸ ਤਰੀਕੇ ਨਾਲ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਅਤੇ ਕਿਸ ਤਰੀਕੇ ਨਾਲ ਜਿਹੜੇ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਅਸੀਂ ਆਪਣੀਆਂ ਵੱਖ-ਵੱਖ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ, ਉਹ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਹਾਂ। ਪਰ ਅੱਜ ਜਿਹੜੀ ਤੁਹਾਡੀ ਮੁਲਾਕਾਤ ਹੈ ਵੈਦ ਜੀ ਦੇ ਬੇਟੇ ਤਰਨਪ੍ਰੀਤ ਉਰਫ ਯੋਧੇ ਨਾਲ ਕਰਵਾਉਣ ਲੱਗੇ ਹਾਂ। ਉਹ ਤਰਨਪ੍ਰੀਤ ਜੋ ਇੱਥੇ ਆਉਣ ਵਾਲੇ ਮਰੀਜ਼ਾਂ ਨਾਲ ਗੰਭੀਰਤਾ ਨਾਲ ਵਿਚਾਰ ਚਰਚਾ ਕਰਦੇ ਨੇ, ਇੱਥੇ ਉਹਨਾਂ ਕੋਲ ਵੀ ਬਹੁਤ ਵੱਡਾ ਜਿਹੜਾ ਉਹ ਤਜਰਬਾ ਹੈ ਕਿ ਆਖਿਰ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਇਸ ਵੇਲੇ ਕੁਰਾਹੇ ਜਾਂ ਭਟਕੇ ਕਿਉਂ ਹੋਏ ਨੇ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਬੜੀ ਇੰਟਰਸਟਿੰਗ ਇਹ ਇੰਟਰਵਿਊ ਰਹਿਣ ਵਾਲੀ ਹੈ ਕਿਉਂਕਿ
ਵੈਦ ਜੀ ਨੇ ਆਪਣੇ ਤਜਰਬੇ ਦੀ ਗੱਲ ਦੱਸਣੀ ਹੈ ਔਰ ਤਰੁਣ ਨੇ ਮੁੰਡੇ ਕੁੜੀਆਂ ਦੀ ਜਿਹੜੀ ਉਹ ਗੱਲ ਹੈ ਇੱਥੇ ਸਾਡੇ ਨਾਲ ਕਰਨੀ ਹੈ ਕਿ ਕਿਸ ਤਰੀਕੇ ਦੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਤੇ ਫਿਰ ਕਿਸ ਤਰੀਕੇ ਨਾਲ ਜਿਹੜਾ ਟ੍ਰੀਟਮੈਂਟ ਹੈ ਉਹ ਵੈਦ ਜੀ ਇੱਥੇ ਕਰਦੇ ਨੇ। ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕਿਹੋ ਜਿਹੇ ਮਰੀਜ਼ ਨੇ, ਕਿਉਂਕਿ ਉੱਥੇ ਪਹਿਲਾਂ ਆਪ ਹੀ ਦੇਖਦੇ ਨੇ ਉੱਥੇ ਤੇ ਉਸ ਤੋਂ ਬਾਅਦ ਫਿਰ ਵੈਦ ਜਗਦੀਪ ਸਿੰਘ ਹੋਰਾਂ ਕੋਲ ਇਹ ਅੱਗੇ ਉਹਨਾਂ ਨੂੰ ਭੇਜਦੇ ਨੇ। ਗੱਲਬਾਤ ਕਰ ਲੈਂਦੇ ਹਾਂ, ਸ਼ੁਰੂ ਕਰ ਲੈਂਦੇ ਹਾਂ। ਬਹੁਤ ਬਹੁਤ ਸਵਾਗਤ ਹੈ ਤਰੁਣ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ, ਸਤਿ ਸ਼੍ਰੀ ਅਕਾਲ ਸਾਰੇ ਆਡੀਅנס ਨੂੰ ਜੋ ਵੀ ਫਰੂਕੀ ਸਾਹਿਬ ਦੇ ਚੈਨਲ ਨੂੰ ਫੋਲੋ ਕਰਦੇ ਆ। ਤੇ ਤੁਹਾਡੀ ਇੰਟਰਵਿਊਜ਼ ਦੇ ਰਾਹੀਂ ਬਹੁਤ ਸਾਰੇ ਪੇਸ਼ੈਂਟਸ ਸਾਡੇ ਨਾਲ ਜੁੜੇ ਨੇ। ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਬਹੁਤ ਸਤਿਕਾਰ ਦਿੱਤਾ ਤੁਸੀਂ ਸਾਨੂੰ। ਤਰੁਣ ਜੀ, ਮੇਰੀ ਸਭ ਤੋਂ ਪਹਿਲਾ ਸਵਾਲ ਇੱਥੇ ਇਹ ਹੈ ਕਿ ਤੁਸੀਂ ਕੈਨੇਡਾ ਪੜ੍ਹਾਈ ਕਰ ਰਹੇ ਸੀ ਜਿਸ ਵੇਲੇ ਰਾਬਤੇ ਦੇ ਵਿੱਚ ਅਸੀਂ ਆਇਆ। ਕੈਨੇਡਾ 'ਚ ਇੱਕਦਮ ਛੱਡ ਕੇ ਤੁਸੀਂ ਪੰਜਾਬ ਦੇ ਵਿੱਚ ਫਿਰ ਵਾਪਸੀ ਕਰ ਲਈ। ਸੋਚ ਰਹੇ ਸੀ ਕਿ ਕੈਨੇਡਾ ਦੇ ਵਿੱਚ ਸੈਟਲ ਹੋਣਾ ਹੈ, ਪਰ ਪੰਜਾਬ ਦੇ ਵਿੱਚ ਕਿਉਂ ਤੁਸੀਂ ਆਏ? ਮੈਂ ਪਹਿਲਾਂ ਇਹ ਗੱਲ ਕਹਿਣਾ ਚਾਹੂੰਗਾ ਵੀ ਬੰਦੇ ਦੀ ਕੋਈ ਹਿੰਮਤ ਹੁੰਦੀ ਨਹੀਂ। ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿਉਂਕਿ ਤੁਸੀਂ ਜਦੋਂ ਮੈਂ ਫਸਟ ਇੰਟਰਵਿਊ ਦੇਖੀ ਆਪਦੇ ਫਾਦਰ ਸਾਹਿਬ ਦੀ ਜਿਹੜੀ ਤੁਸੀਂ ਕੀਤੀ ਸੀ, ਉਦੋਂ ਪਹਿਲਾਂ ਕਾਫੀ ਇੰਟਰਵਿਊਜ਼ ਹੋਈਆਂ ਸੀਗੀਆਂ ਅਤੇ ਮੇਰਾ ਕੋਈ ਜ਼ਿਆਦਾ ਇੰਟਰਸਟ ਨਹੀਂ ਸੀਗਾ। ਮੈਨੂੰ ਆਏ ਸੀ ਵੀ ਠੀਕ ਆ, ਇੱਕ ਬਿਜ਼ਨਸ ਕਰਾਂਗੇ, ਕੰਮਕਾਰ ਚਲਾਵਾਂਗੇ ਅਤੇ ਠੀਕ ਹੈ। ਬਟ ਜਦੋਂ ਮੈਂ ਤੁਹਾਡੀ ਇੰਟਰਵਿਊ ਦੇਖੀ, ਉਹਦੇ ਥੱਲੇ ਜਦੋਂ ਲੋਕਾਂ ਦੇ ਕਮੈਂਟਸ ਦੇਖੇ ਅਤੇ ਉਹ ਚੀਜ਼ ਦੇਖ ਕੇ ਮੈਨੂੰ ਬੜਾ ਇੱਦਾਂ ਲੱਗਿਆ ਵੀ ਮੇਰੇ ਫਾਦਰ ਦੇ ਨਾਲ ਕਿੱਥੇ ਤਾਂ ਉਹਨਾਂ ਨੂੰ ਇਹ ਹੋਣਾ ਚਾਹੀਦਾ ਵੀ ਮੇਰਾ ਮੁੰਡਾ ਮੇਰੇ ਬਰਾਬਰ ਨਾਲ ਆ, ਕਿੱਥੇ ਮੈਂ ਉੱਥੇ ਗੋਰਿਆਂ ਦੀ ਕਦੇ ਦਿਹਾੜੀ ਲਾ ਰਿਹਾ। ਅਤੇ ਚਲੋ ਕੋਈ ਕੰਮ ਛੋਟਾ ਵੱਡਾ ਨਹੀਂ, ਬਟ ਮੈਂ ਉੱਥੇ ਉਹ ਕੰਮ ਕਰਦਾ ਸੀ। ਅਤੇ ਉਦੋਂ ਬਸ 2 ਸਾਲ ਦੀ ਮੇਰੀ ਸਟੱਡੀ ਸੀਗੀ। ਜਦੋਂ ਸਟੱਡੀ ਪੂਰੀ ਹੋਈ ਅਤੇ ਇੱਕ ਫੈਮਿਲੀ ਦੇ ਵਿੱਚ ਕੰਸਰਨ ਹੋਇਆ ਵੀ ਹੁਣ ਨੈਕਸਟ ਸਟੈਪ ਕੀ ਆ। ਮੇਰੇ ਆਪਦੇ ਰਿਸ਼ਤੇਦਾਰ ਵੀ ਉੱਥੇ ਹੈਗੇ ਆ, ਉਹਨਾਂ ਦਾ ਸਾਰਿਆਂ ਦਾ ਇਹੀ ਸੀਗਾ ਵੀ ਹੁਣ ਵਰਕ ਪਰਮਿਟ, ਫਿਰ ਅੱਗੇ ਜੋ ਵੀ ਸਟੈਪਸ ਹੁੰਦੇ ਆ। ਬਟ ਉਹ ਇੱਕ ਕਿਤੇ ਨਾ ਕਿਤੇ ਮਾਇੰਡ ਦੇ ਵਿੱਚ ਇੱਕ ਐਨਜ਼ਾਈਟੀ, ਡਿਪਰੈਸ਼ਨ ਹੋਣ ਲੱਗ ਗਿਆ ਸੀ ਵੀ ਕੱਲ੍ਹ ਨੂੰ ਜਦੋਂ 60 ਸਾਲ ਦੇ ਹੋ ਜਾਵਾਂਗੇ, ਬਜ਼ੁਰਗ ਹੋ ਜਾਣਾ ਹੈ ਨਾ ਜੀ। ਉਹ ਬੜੇ ਲੰਮੀ ਪਹਿਲੀ ਸੋਚਦੇ ਹੋ। ਇਹ ਪਤਾ ਨਹੀਂ ਕੁਦਰਤ ਨੇ ਸਚਵਾਤੀ। ਅਤੇ ਮੈਂ ਉਹ ਇੰਟਰਵਿਊ ਦੇਖਣ ਤੋਂ ਬਾਅਦ ਬੜਾ ਸੋਚਿਆ, ਮੈਂ ਕਿਹਾ ਲੋਕ ਹੱਸਣਗੇ ਵੀ ਯਾਰ ਤੇਰੇ ਫਾਦਰ ਨੇ ਇੰਨੇ ਲੋਕਾਂ ਦੀ ਮਦਦ ਕੀਤੀ ਅਤੇ ਅੱਜ ਵੀ ਸਾਨੂੰ ਮਤਲਬ ਉਸ ਦੀ ਜ਼ਰੂਰਤ ਹੈਗੀ ਆ ਅਤੇ ਉਹਨੂੰ ਕੌਣ ਦੇਖਭਾਲ ਕਰੇ ਅਤੇ ਕੌਣ ਮਤਲਬ ਵੀ ਤੂੰ ਇੰਨਾ ਸਾਰਾ ਕੁਛ ਛੱਡ ਕੇ ਇੱਥੇ ਗੋਰਿਆਂ ਦੇ ਥੱਲੇ ਲੱਗਿਆ ਹੋਇਆ। ਅਤੇ ਉਹ ਬੜੀਆਂ ਚੀਜ਼ਾਂ ਨੇ ਨਾ ਮੈਨੂੰ ਕਹਿ ਦਿਓ ਵੀ ਦਿਮਾਗ ਹਾਈਜੈਕ ਕਰ ਲਿਆ ਸੀ ਇੱਕ ਵਾਰੀ ਵਾਸਤੇ। ਸੋ ਘਰ ਦੇ ਕਹਿੰਦੇ ਸੀ ਵੀ ਤੂੰ ਚੱਲ ਹੁਣ ਵਰਕ ਪਰਮਿਟ ਨੂੰ ਹੋ ਜਾ। ਜ਼ਿਆਦਾਤਰ ਮੇਰੇ ਘਰਦਿਆਂ ਨੇ ਮੈਨੂੰ ਮਤਲਬ ਕੋਈ ਜ਼ਿਆਦਾ ਉਹ ਨਹੀਂ ਕਿਹਾ ਵੀ ਤੂੰ ਐਂ ਹੀ ਕਰ। ਹਾਂ, ਅਤੇ ਮੈਂ 10 ਦਿਨ ਤੱਕ ਕਿਸੇ ਨਾਲ ਗੱਲ ਨਹੀਂ ਕੀਤੀ ਅਤੇ ਮੈਂ ਇਹੀ ਸੋਚਦਾ ਰਹਿ ਗਿਆ। ਮੈਂ ਕਿਹਾ ਵੀ 60 ਸਾਲ ਦੇ ਹੋ ਕੇ ਪਛਤਾਵਾਂਗੇ ਜੇ ਇਹੀ ਗੱਡੀਆਂ ਕਾਰਾਂ। ਮੈਂ ਤੁਹਾਨੂੰ ਸਹੀ ਦੱਸਾਂ ਜੀ, ਮੇਰੇ ਫਾਦਰ ਨੇ ਬੜੀ ਮਿਹਨਤ ਕੀਤੀ ਆ ਅਤੇ ਅਸੀਂ ਕਿਸੇ ਚੀਜ਼ ਦੀ, ਮੇਰੇ ਫਾਦਰ ਨੇ ਮੇਰੇ ਲਈ ਮਤਲਬ ਆਪਾਂ ਕਹਿ ਦਈਏ ਕਿਸੇ ਚੀਜ਼ ਦੀ ਕਮੀ ਹੋਵੇ, ਆਪਾਂ ਬਹੁਤ ਸ਼ੁਕਰੀਆ ਦਾ ਉਸ ਪਰਮਾਤਮਾ ਦਾ ਵੀ ਮੈਂ ਇਹੋ ਜਿਹੇ ਪਰਿਵਾਰ 'ਚ ਜੰਮਿਆ ਵੀ ਮੈਨੂੰ ਕਿਸੇ ਚੀਜ਼ ਦੀ ਕਦੇ ਕਮੀ ਰਹੀ ਨਹੀਂ। ਔਰ ਲੱਖ ਸ਼ੁਕਰੀਆ ਮੇਰੇ ਫਾਦਰ ਦਾ ਵੀ ਉਹਨਾਂ ਨੇ ਇੰਨਾ ਹੀ ਹਿੰਮਤ ਕੀਤੀ, ਇੰਨੀ ਮਿਹਨਤ ਕਰਕੇ, ਇੰਨੇ ਲੋਕਾਂ 'ਚ ਪਿਆਰ ਬਣਾ ਕੇ ਅੱਜ ਅਸੀਂ ਇੱਥੇ ਹਾਂ ਵੀ। ਅਤੇ ਬੜੀਆਂ ਚੀਜ਼ਾਂ ਮੈਂ ਸੋਚ ਕੇ ਫਿਰ ਮੈਂ ਕਿਹਾ ਵੀ ਨਹੀਂ, ਆਪਾਂ ਇੰਡੀਆ ਹੀ ਚੱਲਦੇ ਹਾਂ। ਅਤੇ ਮੈਂ ਜਦੋਂ ਇਹ ਡਿਸੀਜਨ ਆਪਦੇ ਫਰੈਂਡਸ ਨੂੰ ਦੱਸਿਆ, ਘਰੇ ਦੱਸਿਆ, ਉਹ ਕਹਿੰਦੇ ਵੀ ਤੇਰਾ ਸਿਸਟਮ ਪਤਾ ਨਹੀਂ ਕੀ ਆ ਵੀ ਤੂੰ ਦੁਨੀਆ ਕਹਿੰਦੀ ਵੀ ਕਿਸੇ ਹਿਸਾਬ ਨਾਲ ਅਸੀਂ ਕੈਨੇਡਾ ਉੱਤਰ ਜਾਈਏ ਅਤੇ ਤੂੰ 2 ਸਾਲ ਦੀ ਪੜ੍ਹਾਈ ਤੋਂ ਬਾਅਦ ਕਹਿੰਦਾ ਵੀ ਮੈਂ ਇੰਡੀਆ ਹੀ ਜਾਣਾ। ਉਸ ਟਾਈਮ 'ਤੇ ਮੈਂ ਐਕਸਪ੍ਰੈਸ ਨਹੀਂ ਕਰ ਸਕਦਾ ਸੀ, ਮੈਂ ਵੀ ਛੋਟਾ ਸੀ। ਜੀ। ਅਤੇ ਫਿਰ ਉਹ ਕਿਹੜਾ ਪਲ ਸੀ ਤਰੁਣ ਜੀ ਕਿ ਜਦੋਂ ਤੁਹਾਨੂੰ ਇਹ ਫੀਲ ਹੋਇਆ ਕਿ ਯਾਰ ਹੁਣ ਤਾਂ ਪਾਪਾ ਜੀ ਵਾਲੀ ਲਾਈਨ 'ਚ ਹੀ ਪੈਣਾ? ਇੱਕ ਇੱਦਾਂ ਸੀਗਾ ਜਦੋਂ ਕੋਈ ਵੀ ਪੇਸ਼ੈਂਟ, ਉੱਥੇ ਵੀ ਕੈਨੇਡਾ ਦੇ ਵਿੱਚ ਕਾਫੀ ਪੇਸ਼ੈਂਟ ਸੀਗੇ ਜਿਨ੍ਹਾਂ ਨੂੰ ਫਾਦਰ ਸਾਹਿਬ ਮੈਨੂੰ ਦਵਾਈ ਭੇਜ ਦਿੰਦੇ ਸੀਗੇ ਐਂਡ ਅੱਗੇ ਮੈਂ ਉਹਨਾਂ ਨੂੰ ਹੈਂਡ ਓਵਰ ਕਰ ਦਿੰਦਾ ਸੀ। ਕਾਫੀ ਮਤਲਬ ਮੈਂ ਤੁਹਾਨੂੰ ਹੁਣ ਉਹ ਫਿਲਮ ਵਾਂਗੂ ਰਚਾ ਤਾਂ ਨਹੀਂ ਸਕਦਾ, ਬਟ ਮੈਨੂੰ ਪੂਰਾ ਯਾਦ ਆ ਵੀ ਮੈਨੂੰ ਮੈਡੀਸਨ ਆਈ, ਮੈਂ ਅੱਗੇ ਹੈਂਡ ਓਵਰ ਕੀਤੀ ਅਤੇ ਉਹਨਾਂ ਨੇ ਕਿਹਾ ਵੀ ਮੇਰੇ ਬਜ਼ੁਰਗ ਉਹਨਾਂ ਨੂੰ ਸੀਸਾਂ ਦਿੰਦੇ ਸੀ ਅਤੇ ਵੀ ਉਹਨਾਂ ਦਾ ਜੀਵਨ ਸਫਲਾ ਹੋਵੇ। ਮਤਲਬ ਤੁਹਾਡੇ ਫਾਦਰ ਸਾਹਿਬ ਨੂੰ ਜਿਹੜੀਆਂ ਦੁਆਵਾਂ ਮਿਲਦੀਆਂ ਸੀ ਉਸ ਨੇ ਤੁਹਾਨੂੰ ਬੜਾ ਪ੍ਰੇਰਿਤ ਕੀਤਾ ਵੀ ਪੈਸਾ ਇਹ ਸਾਰਾ ਕੁਛ ਤਾਂ ਹਰੇਕ ਬੰਦੇ ਨੇ ਅੱਜ ਤੱਕ ਕਮਾਇਆ। ਦਿਹਾੜੀ ਲਾਉਣ ਵਾਲਾ ਬੰਦਾ ਵੀ ਕਮਾਈ ਰਿਹਾ ਵਾ, ਹਰੇਕ ਬੰਦਾ ਪੈਸਾ ਕਮਾਈ ਰਿਹਾ ਵਾ ਇੱਥੇ। ਪਰ ਗੱਲ ਇਹ ਆ ਵੀ ਤੁਸੀਂ ਕਿੰਨੇ ਕੁ ਜੀਵਨ ਤੁਹਾਡੇ ਥਰੂ ਸਫਲ ਹੋ ਗਏ। ਜੇ ਇੱਕ ਜੀਵਨ ਤੁਸੀਂ ਆਪਦੀ ਪੂਰੀ ਲਾਈਫ ਦੇ ਵਿੱਚ ਸਫਲ ਕਰ ਗਏ ਅਤੇ ਉਹ ਚੀਜ਼ ਨੇ ਮੇਰੇ ਫਾਦਰ ਨੂੰ ਇੱਕ ਰੋਲ ਮਾਡਲ ਵਾਂਗੂ ਖੜ੍ਹਾ ਕਰਤਾ। ਸੋ ਇੱਕ ਓਬਵੀਅਸ ਜੀ ਗੱਲ, ਮੈਂ ਇੱਕ ਗੱਲ ਹੋਰ ਦੱਸਾਂ ਫਰੂਕੀ ਸਰ, ਵੀ ਤੁਹਾਨੂੰ ਸਲਮਾਨ ਖਾਨ ਪਸੰਦ ਹੋਵੇ ਨਾ, ਤੁਸੀਂ ਸਲਮਾਨ ਖਾਨ ਨੂੰ ਕਾਪੀ ਕਰਨਾ ਸ਼ੁਰੂ ਕਰ ਦੋਗੇ। ਜਦੋਂ ਮੇਰੇ ਲਈ ਮੇਰਾ ਰੋਲ ਮਾਡਲ ਮੇਰਾ ਫਾਦਰ ਆ ਤਾਂ ਮੈਂ ਉਹਨਾਂ ਨੂੰ ਹੀ ਕਾਪੀ ਕਰਨਾ ਵਾ।
ਤਾਂ ਜਦੋਂ ਤੁਸੀਂ ਸਲਮਾਨ ਖਾਨ ਦੇ ਮਗਰ ਕੋਈ ਟੇਢੀ ਮੇਢੀ ਹਰਕਤ ਕਰੋਗੇ ਬੜੇ ਤੁਹਾਨੂੰ ਕਹਿਣਗੇ ਵੀ ਯਾਰ ਤੇਰਾ ਕੀ ਇਹਦੇ 'ਚ, ਸਲਮਾਨ ਖਾਨ ਤਾਂ ਸਲਮਾਨ ਖਾਨ ਆ, ਤੂੰ ਕੌਣ ਆ। ਪਰ ਮੈਂ ਆਪਦੇ ਫਾਦਰ ਨੂੰ ਹੀ ਮੇਰੇ ਲਈ ਉਦੋਂ ਉੱਤੇ ਕੋਈ ਹੀਰੋ ਨਹੀਂ, ਮੇਰੇ ਫਾਦਰ ਹੀ ਮੇਰੇ ਲਈ ਸਭ ਤੋਂ ਵੱਡੇ ਹੀਰੋ ਨੇ। ਤੇ ਫਿਰ ਤਰੁਣ ਜੀ, ਜੇਕਰ ਆਪਾਂ ਗੱਲ ਕਰੀਏ ਇੱਥੇ ਹੁਣ ਆਪਣਾ ਮੁੱਦੇ ਦੇ ਉੱਤੇ ਗੱਲ ਕਰਦੇ ਹਾਂ, ਜਿਹੜੇ ਮੁੱਦੇ ਤੇ ਜਿਸ ਵਾਸਤੇ ਤੁਹਾਡੇ ਨਾਲ ਅਸੀਂ ਇੰਟਰਵਿਊ ਕਰਨ ਲੱਗੇ ਹਾਂ, ਕਿਹੋ ਜਿਹੇ ਤੁਹਾਡੇ ਕੋਲ ਇੱਥੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਉਂਦੇ ਨੇ ਤੇ ਕਿਹੋ ਜਿਹੀਆਂ ਦਿੱਕਤਾਂ ਪਰੇਸ਼ਾਨੀਆਂ, ਮੈਨੂੰ ਲੱਗਦਾ ਕਿ ਤੁਹਾਡੇ ਨਾਲ ਜ਼ਿਆਦਾ ਖੁੱਲ੍ਹ ਕੇ ਮੈਂ ਦੇਖ ਰਿਹਾ ਸੀ ਕਿ ਤੁਹਾਡੇ ਨਾਲ ਜ਼ਿਆਦਾ ਖੁੱਲ੍ਹ ਕੇ ਉਹ ਗੱਲ ਕਰਦੇ ਨੇ ਕੰਪੈਰੀਟਿਵਲੀ। ਕਈ ਵਾਰ ਵੈਦ ਜੀ ਤੋਂ ਝੇਪ ਖਾ ਜਾਂਦੇ ਨੇ। ਤੁਹਾਡੇ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਵੀਰ ਜੀ ਆਏ ਸੀ, ਉਹ ਕੈਨੇਡਾ ਤੋਂ ਸੀਗੇ, ਅਤੇ ਅਸੀਂ ਕਾਫੀ ਗੱਲਾਂ ਕਰ ਰਹੇ ਸੀਗੇ ਇਸੇ ਚੀਜ਼ ਦੇ ਵਿਸ਼ੇ ਦੇ ਵਿੱਚ ਵੀ ਕੈਨੇਡਾ ਤੋਂ ਵੀ ਕਿਵੇਂ ਲਾਈਫ ਸਟਾਈਲ ਜੋ ਵੀ ਸੀਗਾ। ਅਤੇ ਉਹਨਾਂ ਨੇ ਵੀ ਮਤਲਬ ਜਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਚਲੋ ਵੀ ਮਤਲਬ ਇੱਕ ਆਪਦੇ ਆਪ ਨੂੰ ਪ੍ਰਾਊਡ ਮਹਿਸੂਸ ਹੋਇਆ ਵੀ ਜਿਹੜੀ ਲਾਈਨ 'ਚ ਪਏ ਆ ਠੀਕ ਆ। ਹੁਣ ਜਿਹੜੀ ਗੱਲ ਹੈਗੀ ਹੈ ਸਵਾਲਾਂ ਜਵਾਬਾਂ ਦੀ, ਉਹ ਜਦੋਂ ਮੈਂ ਛੋਟੀ ਉਮਰ ਦੇ ਵਿੱਚ ਨਾ ਜੀ, ਮੈਂ 3rd ਕਲਾਸ ਦੇ ਵਿੱਚ ਮੈਂ ਹੋਸਟਲ ਲਾਈਫ 'ਚ ਐਂਟਰ ਹੋ ਗਿਆ ਸੀਗਾ। ਉੱਥੇ ਬੜੀਆਂ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਨੇ, ਤੁਸੀਂ ਕਿਸੇ ਨਾਲ ਲੜਦੇ ਹੋ, ਕਿਸੇ ਨਾਲ ਭਿੜਦੇ ਹੋ, 2 ਥਪੇੜੇ ਲਾਉਂਦੇ ਹੋ, 2 ਥਪੇੜੇ ਖਾਂਦੇ ਹੋ, ਤੁਹਾਨੂੰ ਆਪੇ ਹੀ ਸਟਰੋਂਗ ਹੋ ਜਾਂਦੇ ਹੋ, ਆਪੇ ਤੁਹਾਨੂੰ ਅਕਲ ਆ ਜਾਂਦੀ ਵੀ ਕਿਹਦੇ ਨਾਲ ਲੜਨਾ, ਕਿਹਦੇ ਨਾਲ ਨਹੀਂ ਲੜਨਾ, ਕਿੱਥੇ ਤੁਸੀਂ ਚੁੱਪ ਰਹਿਣਾ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਅਵੋਇਡ ਕਰਨ ਲਈ ਬੈਸਟ ਸੋਲਿਊਸ਼ਨ ਕੀ ਹੈ, ਤੁਸੀਂ ਕੈਲਕੂਲੇਟਿਵ ਹੋ ਜਾਂਦੇ ਹੋ। ਅਤੇ ਉਹ ਕੈਲਕੂਲੇਸ਼ਨ ਇਹ ਲੱਗੀ ਵੀ ਮਤਲਬ ਉਹਨਾਂ ਨੂੰ ਇਹ ਲੱਗਦਾ ਵੀ ਇਹ ਕਈ ਤਾਂ ਮੇਰੇ ਤੋਂ ਵੀ ਜੱਕਦੇ ਫਾਦਰ ਸਾਹਿਬ ਨਾਲ ਠੀਕ ਰਹਿੰਦੇ ਆ, ਕਈ ਫਾਦਰ ਸਾਹਿਬ ਤੋਂ ਜੱਕਦੇ ਉਹ ਮੇਰੇ ਨਾਲ ਠੀਕ ਰਹਿੰਦੇ ਆ। ਸੋ ਜਿਹੜੇ ਕਈ ਨੌਜਵਾਨ ਹੁੰਦੇ ਆ ਉਹ ਮੇਰੇ ਨਾਲ ਠੀਕ ਗੱਲ ਕਰ ਲੈਂਦੇ ਆ। ਲੇਡੀਜ਼ ਕੁੜੀਆਂ ਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਇਸ਼ੂਜ਼ ਨੇ, ਮਤਲਬ ਡਿਫਰੈਂਟ ਤਰ੍ਹਾਂ ਦੇ, ਸੇਮ ਬੰਦਿਆਂ ਦੇ ਵਿੱਚ ਵੀ ਹੈਗੇ ਆ, ਉਹ ਗੱਲ ਕਰ ਲੈਂਦੇ ਆ ਮੇਰੇ ਨਾਲ। ਬਟ ਜਦੋਂ ਮੈਂ ਉਹਨਾਂ ਨੂੰ ਕਹਿੰਦਾ ਵੀ ਚਲੋ ਠੀਕ ਆ, ਹੁਣ ਮੈਂ ਤੁਹਾਡੀ ਗੱਲ ਤਾਂ ਸੁਣ ਲਈ ਵੀ ਜੋ ਤੁਸੀਂ ਦੱਸ ਰਹੇ ਹੋ ਵੀ ਉਹ ਜੈਨੂਅਨ ਆ, ਵੀ ਤੁਹਾਨੂੰ ਇਸ਼ੂਜ਼ ਹੈਗੇ ਆ, ਕਿਉਂਕਿ 90% ਤੱਕ ਯੂਥ ਦੇ ਵਿੱਚ ਕੀ ਆ, ਉਹ ਮੈਂਟਲੀ ਉਹਨਾਂ ਨੂੰ ਲੱਗਦਾ ਵੀ ਅਸੀਂ ਬਿਮਾਰ ਹਾਂ। ਫਿਰ ਉਹਨਾਂ ਨੂੰ ਗਲਤ ਦਵਾਈ ਦੇਣ ਦੇ ਬਜਾਏ ਪਹਿਲਾਂ ਹੀ ਅਸੀਂ ਮੋੜ ਦਿੰਦੇ ਹਾਂ ਵੀ ਭਾਈ ਤੁਹਾਨੂੰ ਦਵਾਈ ਦੀ ਲੋੜ ਹੀ ਨਹੀਂ। ਫਿਰ ਉਹ ਮਤਲਬ ਕਾਫੀ ਵਾਰੀ ਮੇਰੇ ਫਾਦਰ ਨੇ ਮੈਨੂੰ ਕਿਹਾ ਵੀ ਤੂੰ ਆਹ ਫਲਾਣੇ ਪੇਸ਼ੈਂਟ ਨੂੰ ਵਾਪਸ ਮੋੜਤਾ। ਅਤੇ ਮੈਂ ਕਿਹਾ ਵੀ ਉਹਨਾਂ ਦੇ ਕੇਸ ਮੈਂ ਸੁਣ ਕੇ ਦੇਖਿਆ ਵਾ, ਆਹ ਉਹਨਾਂ ਦੀ ਕੇਸ ਸਟੱਡੀ ਆ। ਜਦੋਂ ਫਾਦਰ ਸਾਹਿਬ ਵੀ ਕੇਸ ਸਟੱਡੀ ਫੜਦੇ, ਫਿਰ ਮੇਰੇ ਫਾਦਰ ਵੀ ਕਹਿੰਦੇ ਵੀ ਚੱਲ ਠੀਕ ਆ, ਤੂੰ ਪੈਸੇ ਮਗਰ ਨਹੀਂ ਗਿਆ, ਤੂੰ ਬੰਦਾ ਜੋੜਿਆ। ਕਿਉਂਕਿ ਉਹ ਬੰਦੇ ਨੂੰ ਦਵਾਈ ਦੀ ਲੋੜ ਹੀ ਨਹੀਂ। ਮੈਂ ਅੱਜ ਦੇ ਟਾਈਮ 'ਚ ਦਵਾਈ ਦੇ ਕੇ ਬੜਾ ਉਹਨੂੰ ਕਹਿ ਦੂੰਗਾ ਵੀ ਤੂੰ ਠੀਕ ਆ, ਬਟ ਉਹ ਜਿਹੜੀ ਉਹਦੇ ਮਨ ਦੇ ਉੱਤੇ ਗੱਲ ਲਿਖੀ ਜਾਊਗੀ, ਛੋਟਾ ਮੂੰਹ ਵੱਡੀਆਂ ਗੱਲਾਂ ਨੇ। ਬਟ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਨੂੰ ਮੇਰਾ ਬੱਚਾ ਵੀ ਇਸੇ ਸੁਸਾਇਟੀ 'ਚ ਹੀ ਆਉਣਾ। ਸੋ ਜਿਹੋ ਜਿਹੀ ਸੁਸਾਇਟੀ ਮੈਂ ਬਣਾ ਦੂੰਗਾ, ਉਹੀ ਸੁਸਾਇਟੀ 'ਚ ਉਹਨੇ ਰਚ ਜਾਣਾ। ਸੋ ਤੇ ਫਿਰ ਜਿਸ ਤਰੀਕੇ ਨਾਲ ਇਸ ਵੇਲੇ ਸਭ ਤੋਂ ਵੱਡੀ ਦਿੱਕਤ ਪਰੇਸ਼ਾਨੀ, ਕਿਉਂਕਿ ਤੁਸੀਂ ਇੱਥੇ ਦਰਜਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਮਿਲਦੇ ਹੋ, ਇਸ ਵੇਲੇ ਦੀ ਕੀ ਸੋਚ ਰਿਹਾ ਹੈ, ਇਸ ਵੇਲੇ ਦਾ ਨੌਜਵਾਨ ਕੀ ਸੋਚ ਰਿਹਾ ਹੈ, ਆਪਣੇ ਭਵਿੱਖ ਨੂੰ ਲੈ ਕੇ ਕੀ ਸੋਚ ਰਿਹਾ ਹੈ, ਆਪਣੀ ਜਿਹੜੀ ਲਾਈਫ ਨੂੰ ਲੈ ਕੇ, ਸਮਾਜਿਕ ਜੀਵਨ ਨੂੰ ਲੈ ਕੇ ਕੀ ਸੋਚ ਰਿਹਾ ਹੈ? ਉਹ ਇਹ ਸੋਚ ਰਿਹਾ ਵੀ ਜੋ ਮੈਂ ਸੋਚ ਰਿਹਾ ਉਹੀ ਸਹੀ ਸੋਚ ਰਿਹਾ। ਉਹ ਇੱਕੋ ਹੀ ਗੱਲ ਸੋਚ ਰਿਹਾ ਵੀ ਜੋ ਵੀ ਮੈਂ ਸੋਚ ਰਿਹਾ ਵਾਂ ਉਹ ਮੈਂ ਬਿਲਕੁਲ ਸਹੀ ਸੋਚ ਰਿਹਾ ਵਾਂ। ਜਿਸ ਤਰ੍ਹਾਂ ਇਹਦਾ ਛੋਟਾ ਜਿਹਾ ਉਦਾਹਰਨ ਦਈਏ ਤਾਂ 21, 22, 23 ਸਾਲ ਇੱਕ ਉਮਰ ਹੁੰਦੀ ਹੈ ਵੀ ਬੱਚੇ ਦਾ ਵਿਆਹ ਹੋ ਜਾਵੇ, ਉਹ ਅੱਗੇ ਬੱਚੇ ਕਰਨੇ ਸ਼ੁਰੂ ਕਰ ਦੇਣ, ਤਾਂ ਕਿ ਉਹ ਜਦੋਂ ਬੱਚੇ ਨੂੰ ਦੇਖਣਗੇ, ਜਿਹੜਾ ਨਵਾਂ ਬੱਚਾ, ਨਵੀਂ ਇੱਕ ਪੁਸ਼ਤ ਤੁਸੀਂ ਦਿਓਗੇ, ਜਦੋਂ ਤੁਸੀਂ ਉਹਨੂੰ ਦੇਖੋਗੇ, ਤੁਹਾਡੇ ਚਿਹਰੇ ਦੇ, ਤੁਹਾਡੇ ਬੋਡੀ ਦੇ ਵਿੱਚ ਤਰ੍ਹਾਂ ਦੇ ਹਾਰਮੋਨਸ ਰਿਲੀਜ਼ ਹੋਣਗੇ ਉਸ ਔਰਗਨ ਨੂੰ ਦੇਖ ਕੇ, ਕਿਉਂਕਿ ਉਹ ਤੁਸੀਂ ਕ੍ਰੀਏਟ ਕੀਤਾ ਵਾ। ਬਟ ਉਹ ਅੱਜ ਦੀ ਡੇਟ ਸਭ ਕੁਛ ਆਪਦੇ ਹੱਥ ਕਰ ਰਿਹਾ ਵਾ, ਤਾਂ ਉਹ 30 ਸਾਲ 35 ਸਾਲ 40 ਸਾਲ ਤੱਕ ਕਰ ਰਿਹਾ ਵਾ। ਐਂਡ ਉਹਦੇ ਕਾਰਨ ਉਹ ਕਿਸੇ ਨੂੰ ਬਲੇਮ ਵੀ ਨਹੀਂ ਕਰ ਪਾ ਰਿਹਾ, ਆਪਦੇ ਆਪ 'ਤੇ ਇੰਨਾ ਗਿਲਟ ਹੋ ਚੁੱਕਿਆ ਵਾ ਵੀ ਮੈਂ। ਗਿਲਟ ਕਿਵੇਂ? ਗਿਲਟ ਇਸ ਤਰ੍ਹਾਂ ਕਿਉਂਕਿ ਪਲੇਜ਼ਰ ਵਾਸਤੇ ਉਹ ਚੀਜ਼ਾਂ ਨੂੰ ਯੂਜ਼ ਕਰ ਗਿਆ, ਜਿਹੜੀਆਂ ਚੀਜ਼ਾਂ ਯੂਜ਼ ਹੋਣੀਆਂ ਸੀ ਕੁਦਰਤ ਦੇ ਹਿੱਤ 'ਚ। ਜਿਹੜੀ ਚੀਜ਼ ਨੇ ਕੁਦਰਤ ਦੇ ਹਿੱਤ 'ਚ ਇਸਤੇਮਾਲ ਹੋਣਾ ਸੀ, ਜਾਂ ਕੁਦਰਤ ਨੇ ਆਪਦੇ ਵਾਸਤੇ ਕ੍ਰੀਏਟ ਕੀਤੀਆਂ ਸੀ ਚੀਜ਼ਾਂ, ਉਹਨੂੰ ਅਸੀਂ ਆਪਦੇ ਪਰਸਨਲ ਨਿੱਜੀ ਪਲੇਜ਼ਰ ਵਾਸਤੇ ਯੂਜ਼ ਕਰਨ ਲੱਗ ਗਏ। ਜਿਵੇਂ ਕਿ ਕੈਜੂਅਲ ਰਿਲੇਸ਼ਨਸ ਬਣਾਉਣੇ। ਤੁਸੀਂ ਇੱਕ ਚੀਜ਼ ਮਤਲਬ ਮੈਂ ਕਾਫੀ ਹੁਣ ਆਈ ਥਿੰਕ ਨੀਅਰ ਅਰਾਊਂਡ 500 ਤੋਂ 600 ਪੇਸ਼ੈਂਟ ਮੈਂ ਮਤਲਬ ਪਰਸਨਲੀ ਜਿਨ੍ਹਾਂ ਨੂੰ ਬਾਏ ਫੇਸ ਮਿਲਿਆ ਵਾ, ਅਤੇ ਵੈਬਸਾਈਟ ਦੀ ਗੱਲ ਕਰੀਏ ਤਾਂ ਉੱਥੇ ਤਾਂ ਮਤਲਬ ਗਿਣਤੀ ਹਜੇ ਮੈਂ ਗਿਣਨ ਲੱਗਾ ਤਾਂ ਬਹੁਤ ਅੱਗੇ ਨਿਕਲ ਜੇਗੀ। ਉਹ ਪੇਸ਼ੈਂਟਸ ਤੋਂ ਇਹੀ ਗੱਲ ਸਮਝ ਆਉਂਦੀ ਹੈ, ਜਦੋਂ 500-600 ਪੇਸ਼ੈਂਟਸ ਨੂੰ ਦੇਖਿਆ, ਉਹ ਕਹਿੰਦੇ ਵੀ ਜਦੋਂ ਅਸੀਂ ਬੱਚਾ ਪੈਦਾ ਕੀਤਾ ਤਾਂ ਸਾਨੂੰ ਇੱਕ ਖੁਸ਼ੀ ਸੀ, ਸਾਨੂੰ ਇੱਕ ਸੰਤੁਸ਼ਟੀ ਸੀ। ਇੱਕ ਜਦੋਂ ਤੱਕ ਅਸੀਂ ਟਾਈਮ ਪਾਸ ਕਰ ਰਹੇ ਸੀ, ਹਰ ਵਾਰੀ ਜਦੋਂ ਤੁਸੀਂ ਟਾਈਮ ਪਾਸ ਕਰੋਗੇ ਤੁਹਾਨੂੰ ਗਿਲਟ ਆਪੇ ਟੱਚ ਹੋਊਗਾ, ਕਿਉਂਕਿ ਉਹ ਬਣਿਆ ਕ੍ਰੀਏਟ ਕਰਨ ਵਾਸਤੇ ਆ, ਤੁਸੀਂ ਉਹਨੂੰ ਵੇਸਟ ਕਰ।
ਸੋ ਗਿਲਟ ਆਪ ਹੀ ਆਊਗਾ, ਔਰ ਉਹ ਕੁਦਰਤੀ ਆ। ਆਪਾਂ ਬਹੁਤ ਛੋਟੇ ਆ, ਆਪਣੇ ਅੰਦਰ ਬਹੁਤ ਵੱਡੀ ਕੁਦਰਤ ਵਸੀ ਆ, ਉਹ ਵੱਡੀ ਕੁਦਰਤ ਨੇ ਆਪਾਂ ਨੂੰ ਗਿਲਟ ਮਹਿਸੂਸ ਕਰਾ ਦਿੰਦੀ ਆ। ਤੇ ਫਿਰ ਤੁਹਾਨੂੰ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਵੇਲੇ ਸਿਰ ਵਿਆਹ ਨਾ ਹੋਣਾ ਕਿਤੇ ਨਾ ਕਿਤੇ, ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਰਹੇ ਸੀ ਕਿ ਜਦੋਂ ਅਜੋਕੇ ਵੇਲੇ ਵਿਆਹ ਵੇਲੇ ਸਿਰ ਨਹੀਂ ਹੁੰਦੇ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉੱਥੋਂ ਹੀ ਸ਼ੁਰੂ ਹੁੰਦੀਆਂ ਨੇ। ਹਾਂਜੀ ਬਿਲਕੁਲ ਹੁੰਦੀਆਂ ਨੇ, ਬਿਲਕੁਲ ਹੋ ਜਾਂਦੀਆਂ ਨੇ, ਕਿਉਂਕਿ ਵੇਲੇ ਸਿਰੇ ਸਭ ਚੀਜ਼ਾਂ ਹੁੰਦੀਆਂ ਰਹਿਣ। ਅੱਗੇ ਜਿਵੇਂ ਮਤਲਬ ਮੈਂ ਆਪਦੇ ਫਾਦਰ ਸਾਹਿਬ ਤੋਂ ਸੁਣਦਾ ਹੁੰਦਾ, ਅੱਗੇ ਬਜ਼ੁਰਗ 18 17 20 21 22 ਅਤੇ ਉਦੋਂ ਤੱਕ ਵਿਆਹ ਕਰ ਦਿੰਦੇ ਸੀਗੇ। ਅਤੇ ਇੱਕ ਹੋਰ ਬੜੀ ਮਤਲਬ ਮੈਂ ਪਰਸਨਲੀ ਉਦਾਹਰਨ ਦਿੰਦਾ ਹੁੰਦਾ ਵਾਂ ਵੀ, ਉਹ ਕਹਿੰਦੇ ਵੀ ਤੂੰ ਪਹਿਲਾਂ ਆਪ ਤਾਂ ਸੈੱਟ ਹੋ ਜਾ, ਫਿਰ ਅੱਗੇ ਕੁਛ ਸੋਚ ਲਈ। ਅਤੇ ਮਤਲਬ ਰੱਬ ਨੇ ਤੁਹਾਡੇ ਮੂੰਹ ਲਾਤਾ, ਉਹਨੇ ਆਪੇ ਹੀ ਤੁਹਾਡਾ ਦਾਣਾ ਆਪੇ ਲਿਖ ਲੈਣਾ ਵਾ। ਮਤਲਬ ਬੰਦਾ ਕਹਿੰਦਾ ਮੈਂ ਰੱਬ ਹਾਂ, ਵੀ ਮੈਂ ਸ਼ਾਇਦ ਆਹ ਜੀ ਪਾਲ ਦੂੰਗਾ। ਬੰਦਾ ਆਪਦੇ ਆਪ ਦੀ ਔਕਾਤ ਇਸ ਲੈਵਲ ਤੱਕ ਹੁਣ ਮੰਨ ਚੁੱਕਿਆ ਵਾ ਵੀ ਕੋਈ ਜੀ ਮੈਂ ਪੈਦਾ ਕਰਤਾ ਤਾਂ ਉਹਦੀ ਖਾਣਾ ਪਾਣਾ ਮੈਂ ਕਰੂੰਗਾ। ਮਤਲਬ ਵੀ ਮੈਂ ਹੀ ਕਰ ਸਕਦਾ, ਜੇ ਮੈਂ ਨਹੀਂ ਕਰੂੰਗਾ। ਸੈਟਲ ਹੋਣ ਦੇ ਚੱਕਰਾਂ 'ਚ ਰਹਿੰਦਾ, ਸੈਟਲ ਹੋਣ ਦੇ ਚੱਕਰਾਂ 'ਚ। ਅਤੇ ਸੱਚ ਜਾਣਿਓ 7 ਸਾਲ ਦਾ ਬੱਚਾ ਜਿਹੜਾ ਵਾ ਉਹ ਸਟਰਗਲ ਕਰ ਰਿਹਾ ਵਾ, ਜਿਹੜਾ ਜਮਾਂ ਹੀ ਹਾਸਲ ਕਰ ਰਿਹਾ ਵਾ, ਜਿਹਨੇ ਉਹਦੇ ਮਾਂ ਬਾਪ ਵੀ ਖੋਤੇ, ਉਹ ਵੀ ਸੈੱਟ ਹੋਣ ਦੇ ਚੱਕਰ 'ਚ। ਬਟ ਉਹਨੂੰ ਇਹ ਸਮਝ ਆ ਗਈ ਵੀ ਟਾਈਮ ਅਨੁਸਾਰ 20-22 ਸਾਲ ਦੀ ਉਮਰ 'ਚ ਵਿਆਹ ਕਰਾ ਕੇ ਜ਼ਿੰਦਗੀ ਸੈੱਟ ਹੋ ਜਾਊਗੀ। ਕਿਉਂਕਿ ਸਾਰਾ ਕੁਛ ਨਾਲ ਨਾਲ ਸਾਈਕਲ 'ਚ ਚੱਲਦਾ ਰਹੂਗਾ, ਕਿਉਂਕਿ ਕੁਦਰਤ ਦੇ ਬਹੁਤ ਨੇੜੇ ਹੋ ਗਿਆ। ਉਹਨੇ ਆਪਦੇ ਮਾਂ ਬਾਪ ਖੋਹ ਲਏ, ਉਹਨੇ ਸਮਝ ਆ ਗਈ ਵੀ ਕੋਈ ਨਾ ਕੋਈ ਚੀਜ਼ ਇੱਥੋਂ ਜਾਣ ਵਾਲੀਆਂ ਨੇ, ਇਹ ਵੀ ਚਲੇ ਜਾਣਾ ਵਾ। ਬਟ ਜਿਹਨੇ ਮਤਲਬ 22-23 24 ਮਤਲਬ 40 ਸਾਲ ਤੱਕ ਉਹ ਡਿਲੇ ਕਰੀ ਜਾਂਦੇ 70 ਸਾਲ ਦੇ ਮੈਂ ਅੰਕਲ ਨੂੰ ਜਾਣਦਾ ਵਾਂ, ਕਾਫੀ ਚੰਗੇ ਵੈਲ ਪਰਸਨੈਲਿਟੀਡ ਅੰਕਲ ਨੇ ਉਹ ਮੇਰੇ, ਮਤਲਬ ਕਾਫੀ ਅੱਛੇ ਨੇ। ਅਤੇ ਤੁਸੀਂ ਸੱਚ ਜਾਣੋ, ਮੈਨੂੰ ਪਰਸਨਲੀ ਬੜਾ ਸ਼ੌਂਕ ਆ ਇਹਨਾਂ ਚੀਜ਼ਾਂ ਦਾ ਵੀ, ਜਦੋਂ ਕੋਈ ਮੇਰੇ ਨਾਲ ਅੱਛੀ ਗੱਲਾਂ ਕਰਦਾ ਤਾਂ ਮੈਂ ਉਹਨਾਂ ਨਾਲ ਬਹਿਣਾ ਚਾਹੁੰਦਾ ਹੁੰਦਾ ਵਾ। ਅਤੇ ਉਹ ਮੈਨੂੰ ਆਪ ਕਹਿੰਦੇ ਵੀ ਆਪਾਂ ਉਹ ਫਲਾਨੀ ਥਾਂ 'ਤੇ 1 ਕਿੱਲਾ ਲੈਂਦੇ ਹਾਂ, 1 ਕਿੱਲਾ ਲੈ ਕੇ ਆਪਾਂ ਉਹ 'ਚ ਨਾ 50 ਗਜ਼ ਦੇ ਐਂ ਕਰਕੇ ਪਲਾਟ ਕੱਟਾਂਗੇ, ਐਂ ਕਰਕੇ ਐਂ ਵੇਚ ਦਾਂਗੇ, ਇੱਥੋਂ ਐਂ ਹੋ ਜੂਗਾ। ਮਤਲਬ 70 ਈਅਰਸ ਦੀ ਏਜ 'ਤੇ ਜਾ ਕੇ ਵੀ ਉਹ ਹਜੇ ਵੀ ਕਹਿੰਦੇ ਮੈਂ ਸੈਟਲਡ ਨਹੀਂ ਹੈਗਾ। ਜੇ ਉਹ ਕਹਿੰਦੇ ਮੈਂ ਸੈਟਲਡ ਹੋ ਗਿਆ ਤਾਂ ਉਹ ਕਹਿੰਦੇ ਵੀ ਮੇਰਾ ਜਿਹੜਾ ਪੋਤਾ ਵਾ ਉਹ ਨਹੀਂ ਸੈੱਟ ਹੈਗਾ ਵਾ, ਇਹਨੂੰ ਕੋਈ ਅਫਸਰ ਲਵਾ ਦਈਏ। ਇਹਦਾ ਮਤਲਬ ਇਹ ਆ ਵੀ ਇੱਥੇ ਸੈੱਟ ਕੋਈ ਹੋਇਆ ਹੀ ਨਹੀਂ। ਜਿਵੇਂ ਤੁਸੀਂ ਵੀ ਗੱਲਾਂ ਸੁਣੀਆਂ ਹੋਣਗੀਆਂ, ਤੁਸੀਂ ਕਾਫੀ ਇੰਟਰਵਿਊਜ਼ ਕਰਦੇ ਹੋ, ਮੈਂ ਵੀ ਮਤਲਬ ਜਿੰਨੀਆਂ ਕੁ ਮੈਂ ਗੱਲਾਂ ਕਿਸੇ ਤੋਂ ਸੁਣੀਆਂ, ਉਹ 'ਚ ਇੱਕ ਬੜਾ ਸਿੰਪਲ ਜਿਹਾ ਉਦਾਹਰਨ ਆ ਸਿਕੰਦਰ ਦਾ ਆਪਾਂ ਸੁਣਦੇ ਹਾਂ ਵੀ ਉਹ ਸਭ ਕੁਛ ਪਾ ਕੇ ਵੀ ਸਭ ਕੁਛ ਗਵਾ ਕੇ ਗਿਆ। ਅਤੇ ਆਪਾਂ ਕਾਹਦੇ ਵਾਸਤੇ ਫਿਰ, ਉਹ ਐਡਾ ਵੱਡਾ ਉਦਾਹਰਨ ਅੱਖਾਂ ਦੇ ਮੂਹਰੇ ਪਿਆ ਆਪਣੇ। ਅਤੇ ਮੈਨੂੰ ਮਤਲਬ ਮੇਰੇ ਆਪਦਿਆਂ ਨੇ, ਆਪਦੇ ਸੀਗੇ, ਮਤਲਬ ਕਾਫੀ ਨਜ਼ਦੀਕੀ ਸੀਗੇ, ਚਲੋ ਉਹਨਾਂ ਦੀ ਕੇਅਰ ਸੀ, ਉਹਨਾਂ ਨੇ ਤਾਂ ਕਿਹਾ, ਉਹਨਾਂ ਨੇ ਲਿਟਰਲੀ ਗਾਲਾਂ ਕੱਢੀਆਂ ਵੀ ਤੂੰ ਦਿਮਾਗ ਹਿੱਲ ਗਿਆ, ਤੂੰ ਕੈਨੇਡਾ ਛੱਡ ਕੇ ਆਈ ਜਾਂਦਾ। ਉਹ ਬਹੁਤ ਵੀ ਸ਼ਾਇਦ ਕੈਨੇਡਾ ਰਹਿੰਦਾ ਤਾਂ ਮੈਂ ਜ਼ਿਆਦਾ ਸੈੱਟ ਹੋ ਜਾਂਦਾ। ਅਤੇ ਫਿਰ ਇੱਥੇ ਜਿਹੜੀਆਂ ਤੁਸੀਂ ਦੇਖ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਮਾਨਸਿਕ ਤੌਰ 'ਤੇ ਜ਼ਿਆਦਾ ਪਰੇਸ਼ਾਨ ਲੋਕ ਜਿਹੜੇ, ਜਾਂ ਅਸੀਂ ਕਹਿ ਲਈਏ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਮੁੰਡੇ ਕੁੜੀਆਂ ਜ਼ਿਆਦਾ ਤੁਹਾਡੇ ਕੋਲ ਇੱਥੇ ਆਉਂਦੀਆਂ ਨੇ, ਔਰ ਤੁਸੀਂ ਉਹਨਾਂ ਨਾਲ ਰਾਬਤਾ ਕਰਦੇ ਹੋ, ਸਮਝਾਉਂਦੇ ਕਰਦੇ ਹੋ, ਅਤੇ ਫਿਰ ਅੱਗੇ ਡਾਕਟਰ ਸਾਹਿਬ ਕੋਲ ਜਿਹੜਾ ਵੈਜੀ ਕੋਲ ਰੈਫਰ ਕਰ ਦਿੰਦੇ ਹੋ। ਹੋਰ ਤੁਹਾਨੂੰ ਕੀ ਕਾਰਨ ਲੱਗਦਾ ਹੈ, ਭਟਕੇ ਕੀ ਹੋਏ ਨੇ? ਭਟਕੇ ਹੋਏ ਨੂੰ ਤੁਸੀਂ ਜਿਹੜਾ ਕੀ ਕਹੋਗੇ ਉਹਨਾਂ ਮੁੰਡੇ ਕੁੜੀਆਂ ਜਿਹੜੇ ਤੁਹਾਡੇ ਹਮ ਉਮਰ ਦੇ ਨੇ, ਕਿਉਂਕਿ ਤੁਸੀਂ ਜ਼ਿਆਦਾ ਕੰਪੈਰੇਟਿਵਲੀ ਉਹਨਾਂ ਨੂੰ ਸਮਝਦੇ ਹੋ, ਉਹਨਾਂ ਦੀ ਮਾਨਸਿਕਤਾ ਸਮਝਦੇ ਹੋ, ਉਹਨਾਂ ਦਾ ਵੇ ਆਫ ਟਾਕਿੰਗ ਸਮਝਦੇ ਹੋ, ਕਿਉਂਕਿ ਅੱਜ ਕੱਲ੍ਹ ਜਿਹੜਾ ਨੌਜਵਾਨ ਹੈ ਉਹ ਗੂਗਲ ਕਹਿ ਲਈਏ ਜਾਂ ਮੋਬਾਈਲ ਕਹਿ ਲਈਏ, ਉਹਦੇ ਵਿੱਚ ਹੀ ਵੜਿਆ ਹੋਇਆ। ਇੱਕ ਨਾ ਜਦੋਂ ਤੁਸੀਂ ਬਿਜ਼ਨਸ ਦੀ ਸਟੱਡੀ ਕਰਦੇ ਹੋ ਤਾਂ ਉਹ ਕਹਿੰਦੇ ਵੀ ਜਿਹੋ ਜਿਹਾ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ, ਜਿਹੜੇ ਲੋਕਾਂ ਨੇ ਉਹ ਬਿਜ਼ਨਸ ਕੀਤਾ ਹੋਇਆ, ਤੁਸੀਂ ਉਹਨਾਂ ਦੀਆਂ ਬਾਇਓਗ੍ਰਾਫੀਆਂ, ਕੀ ਉਹਨਾਂ ਨੇ ਗਲਤੀਆਂ ਕੀਤੀਆਂ, ਕੀ ਉਹਨਾਂ ਨੇ ਮਿਸਟੇਕਸ ਕੀਤੀਆਂ, ਉਹ ਪੜ੍ਹ ਲਓ। ਮਿਸਟੇਕਸ ਤੁਹਾਡੇ ਤੋਂ ਵੀ ਹੋਣਗੀਆਂ, ਪਰ ਉਹ ਕਾਊਂਟਰ ਕਿੱਦਾਂ ਕਰਨੀ ਹੈ ਤੁਹਾਨੂੰ ਸਮਝ ਲੱਗ ਜੂਗੀ। ਅਤੇ ਉਸੇ ਤਰ੍ਹਾਂ ਆਪਣੇ ਬਜ਼ੁਰਗਾਂ ਨੇ ਗ੍ਰਸਤ ਵੀ ਕੀਤਾ, ਆਪਣੇ ਬਜ਼ੁਰਗਾਂ ਦੇ ਸਮੇਂ 'ਤੇ ਵੀ ਨਸ਼ੇ ਸੀਗੇ, ਹੋ ਸਕਦਾ ਉਹਨਾਂ ਨੇ ਵੀ ਕੀਤੇ ਹੋਣ, ਪਰ ਉਹ ਗਲਤੀਆਂ ਸੀਗੀਆਂ। ਉਹ ਗਲਤੀਆਂ ਤੋਂ ਸੁਧਰ ਕੇ ਅੱਜ ਜੇ ਉਹ ਕਿਸੇ ਚੰਗੇ ਲੜ ਲੱਗੇ, ਆਪਾਂ ਉਹਨਾਂ ਨੂੰ ਨਹੀਂ ਪੁੱਛ ਰਹੇ, ਉਹਨਾਂ ਨੂੰ ਆਪਾਂ ਸਟੱਡੀ ਨਹੀਂ ਕਰ ਰਹੇ, ਅਸੀਂ ਹਾਲ ਦੀ ਘੜੀ 'ਚ ਸਟੱਡੀ ਕਰ ਰਹੇ ਹਾਂ ਵੀ ਜੇ ਮੈਂ LSD ਨਸ਼ਾ ਕਰ ਲੈਂਦਾ ਤਾਂ ਕਿੰਨੇ ਘੰਟੇ ਤੱਕ ਮੈਂ ਸੇਫ ਹਾਂ। ਆਪਾਂ ਸੈਲਫ ਐਜੂਕੇਸ਼ਨ ਕਰਨੀ ਸ਼ੁਰੂ ਕਰਤੀ ਵੀ ਮੈਂ ਜੇ ਹੁਣੀ ਮੈਂ ਭੰਗ ਪੀਨਾ ਤਾਂ ਕਿੰਨੇ ਘੰਟੇ ਤੱਕ ਮੈਂ ਠੀਕ ਹਾਂ, ਕਿੰਨੇ ਘੰਟੇ ਤੱਕ ਮੈਨੂੰ ਭੰਗ ਦਾ ਨਸ਼ਾ ਰਹੂਗਾ। ਅਤੇ ਭੰਗ ਅੱਜ ਦੀ ਨਹੀਂ, ਅੱਜ ਤੋਂ ਆਪਣੇ ਬਜ਼ੁਰਗਾਂ ਤੋਂ ਵੀ ਬਜ਼ੁਰਗ ਜਿਹੜੇ ਹੋਣਗੇ ਉਦੋਂ ਦੀ ਭੰਗ ਚੱਲਦੀ ਹੈ। ਜੇ ਆਪਾਂ ਉਹਨਾਂ ਨੂੰ ਇੱਕ ਵਾਰੀ ਪੁੱਛ ਲਈਏ, ਉਹ ਤੁਹਾਨੂੰ ਇਹ ਦੱਸ ਦੇਣਗੇ ਵੀ ਹੈ ਇਹ ਗੱਲ ਕੁਛ ਨਹੀਂ, ਇੰਨੀ ਜਿਹੀ ਚੀਜ਼ ਆ, ਤੁਹਾਡੀ ਕਰਿਓਸਿਟੀ ਡੈਡ ਕਰ ਦੇਣਗੇ। ਜਾਂ ਇਹ ਵੀ ਹੋ ਸਕਦਾ ਵਾ ਜੇ ਕੋਈ ਚੰਗੇ ਹੋਏ ਤੁਹਾਨੂੰ ਸਿੱਧਾ ਹੀ ਸਮਝਾ ਦੇਣਗੇ ਵੀ ਕੁਛ ਵੀ ਨਹੀਂ ਹੈਗਾ, ਤੇਰਾ ਊਈਂ ਉੱਧਰ ਨੂੰ ਚਿੱਤ ਭੱਜੀ ਜਾਂਦਾ ਇਸ ਟਾਈਮ,
ਕਿਉਂਕਿ ਉਹ ਉਸ ਰਾਸ ਤੋਂ ਨਿਕਲੇ ਹੋਏ ਨੇ ਵੀ ਇਹੀ ਤਾਂ ਭਟਕਣਾਵਾਂ ਨੇ। ਦੂਸਰੀ ਗੱਲ ਇੱਕ ਮੈਂ ਹੋਰ, ਹਾਂ ਸੱਚ ਇਹ ਗੱਲ ਮੈਂ ਇਹਦੇ ਵਿੱਚ ਬੜੀ ਹੈ ਨਾ ਹੁਣੀ ਕਲਿੱਕ ਹੋਈ ਵੀ ਆਪਣੇ ਵਿਜ਼ਨ ਨਹੀਂ ਸੈੱਟ ਹੈਗੇ ਜੀ, ਵਿਜ਼ਨ ਨਹੀਂ ਸੈੱਟ ਹੈਗੇ ਅਤੇ ਉਹਦੇ ਕਾਰਨ ਬਹੁਤ ਛੋਟੇ ਜਿਹੇ ਲੈਵਲ 'ਤੇ ਨਾ ਮੋਮੈਂਟਰੀ ਪਲੈਜ਼ਰਸ ਬੜਾ ਆਪਦੇ ਵੱਲ ਅਪੀਲ ਕਰ ਜਾਂਦੇ ਆ। ਜਿਵੇਂ ਕਿਸੇ ਨੇ ਤੁਸੀਂ ਇੱਕ ਵਿਜ਼ਨ ਲੈ ਲਿਆ ਵੀ ਯਾਰ ਮੈਂ ਪੂਰੇ ਪੰਜਾਬ ਨੂੰ ਆਪਦਾ ਘਰ ਬਣਾਉਣਾ, ਮੈਂ ਪੰਜਾਬ 'ਚ ਜਿੱਥੇ ਜਾਵਾਂ ਸਭ ਲੋਕ ਕਹਿਣ ਵੀ ਇਹ ਸਾਡਾ ਆਪਦਾ ਬੱਚਾ। ਇਸ ਲੈਵਲ ਦੀ ਤੁਸੀਂ ਇੱਕ ਰੈਪੂਟੇਸ਼ਨ, ਇੱਕ ਰਿਸਪੈਕਟ ਸਾਰੀ ਫੈਮਲੀਜ਼ ਦੇ ਵਿੱਚ, ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੋਂ ਲੈ ਕੇ ਆਂਟੀ ਤੋਂ ਲੈ ਕੇ ਮੰਮੀ ਤੋਂ ਲੈ ਕੇ ਕੁੜੀਆਂ ਤੋਂ ਲੈ ਕੇ ਸਭ ਦੇ ਵਿੱਚ ਇੱਕ ਰੈਪੂਟੇਸ਼ਨ ਇਸ ਤਰ੍ਹਾਂ ਦੀ ਇੱਕ ਤੁਸੀਂ ਬਿਲਡ ਕਰਨਾ ਚਾਹੁੰਦੇ ਹੋ। ਜਦੋਂ ਤੁਸੀਂ ਇਹੋ ਜਿਹਾ ਵਿਜ਼ਨ ਰੱਖਦੇ ਹੋ ਤਾਂ ਇੱਕ ਅੱਧਾ ਬੰਦਾ ਤੁਹਾਨੂੰ ਵਿੱਚ ਆ ਕੇ ਗਾਲ ਗੂਲ ਕੱਢ ਜਾਂਦਾ ਨਾ, ਤੁਸੀਂ ਫਿਰ ਸੋਚਦੇ ਹੋ ਯਾਰ ਜਿਸ ਦਿਨ ਮੈਂ ਉਹ ਚੀਜ਼ ਅਚੀਵ ਕਰ ਲੂੰਗਾ ਨਾ, ਜਿਸ ਦਿਨ ਮੈਂ ਲੋਕਾਂ ਦੇ ਨਾਲ ਇੰਨਾ ਪਿਆਰ ਪਾ ਲੂੰਗਾ ਤਾਂ ਉਸ ਦਿਨ ਮੈਂ ਸੋਚੂੰਗਾ ਯਾਰ ਵੀ ਮੈਂ ਐਵੇਂ ਅੱਛਾ ਜੇ ਮੈਂ ਅੱਜ ਗੁੱਸਾ ਕਰਦਾ ਤਾਂ ਮੈਂ ਉਹਦੇ ਰਿਗਰੈਟ ਕਰੂੰਗਾ ਮੈਂ ਯਾਰ ਕੀ ਗੁੱਸਾ ਕਰਨ ਦੀ ਲੋੜ ਸੀ। ਹੋ ਸਕਦਾ ਉਹ ਬਜ਼ੁਰਗ ਆਪਦੀ ਜਗ੍ਹਾ ਬਿਲਕੁਲ ਸਹੀ ਹੋਣ, ਗਾਲਾਂ ਕੱਢਦੇ ਸੀ, ਕੋਈ ਚੱਕਰ। ਸੋ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਜਿਹੜੀ ਹੈ ਇਸ ਵੇਲੇ ਜੋ ਮੈਨੂੰ ਲੱਗਦਾ ਹੁੰਦਾ ਹੈ ਤਰੁਣ ਜੀ ਕਿ ਕੌਨਫੀਡੈਂਸ ਦੀ ਬੜੀ ਘਾਟ ਹੈ ਮੁੰਡੇ ਕੁੜੀਆਂ ਦੇ ਵਿੱਚ। ਉਹ ਕੌਨਫੀਡੈਂਸ ਤੁਹਾਨੂੰ ਇੰਨਾ ਕੌਨਫੀਡੈਂਸ ਕਿੱਥੋਂ ਮਿਲਿਆ? ਅਤੇ ਜਿਹੜੇ ਹੋਰ ਮੁੰਡੇ ਕੁੜੀਆਂ ਨੇ ਜਾਂ ਮਾਪੇ ਨੇ ਜਿਹੜੇ ਸੈਟਲ ਹੋਣ ਦੇ, ਜਿਹਨਾਂ ਨੂੰ ਪੁੱਛ ਲਓ ਕਿ ਤੁਹਾਡਾ ਮੁੰਡਾ ਜਾਂ ਕੁੜੀ ਦਾ ਵਿਆਹ ਦਾ ਉਮਰ ਹੋ ਗਈ ਹੈ ਅਤੇ ਉਹ ਕਹਿਣਗੇ ਜੀ ਪਹਿਲਾਂ ਇਹਨਾਂ ਨੂੰ ਸੈਟਲ ਕਰ ਦਈਏ ਫਿਰ ਵਿਆਹ ਦੇਖਾਂਗੇ। ਕਰੋ ਫਿਰ ਸੈਟਲ, ਪਹਿਲਾਂ ਆਪ ਸੈੱਟ ਹੋ ਜਾਓ ਵੀ ਆਪ। ਉਹੀ ਗੱਲ ਆ ਨਾ ਜੀ, ਅਸੀਂ ਆਪਦੇ ਐਕਸਪੀਰੀਅੰਸ ਤੋਂ ਸਿੱਖਿਆ ਕੀ। ਮੈਂ 2 ਸਾਲ ਕੈਨੇਡਾ ਸਟੱਡੀ ਕੀਤੀ, ਨਾਲ ਹਸਲ ਕੀਤਾ, ਨਾਲ ਬੜੇ ਤਰ੍ਹਾਂ ਦਾ ਮੇਰਾ ਲਾਈਫ ਸਟਾਈਲ ਰਿਹਾ ਉੱਥੇ, ਸਭ ਕੁਛ ਕੀਤਾ, ਬਟ ਐਂਡ ਆਫ ਦਾ ਡੇ ਜੇ ਮੈਂ ਉਹਦਾ ਐਨਾਲਿਸਿਸ ਨਹੀਂ ਨਾ ਕਰ ਸਕਿਆ ਤਾਂ ਮੈਂ ਅੱਗੇ ਕਿਸੇ ਨੂੰ ਪ੍ਰੋਪਰ ਰਹਿ ਨਹੀਂ ਦੇ ਸਕੂੰਗਾ। ਸੋ ਇੱਥੇ ਆਪਾਂ ਪੇਰੈਂਟਸ ਨੂੰ ਵੀ ਕਹਿ ਸਕਦੇ ਹਾਂ ਵੀ ਉਹਨਾਂ ਨੇ ਸਭ ਕੁਛ ਕਰਕੇ ਦੇਖਿਆ, ਮੁੜ ਕੇ ਉਹੀ ਗਧੀ ਗੇੜ 'ਚ ਸਾਰੇ ਜਵਾਕਾਂ ਨੂੰ ਵੀ ਪਤਾ ਵੀ ਪੈਸੇ ਕਮਾਓ, ਪੈਸੇ ਕਮਾਓ, ਪੈਸੇ ਕਮਾਓ। ਮਤਲਬ ਉਹ ਗਧੀ ਗੇੜ 'ਚੋਂ ਉਹਨਾਂ ਨੇ ਆਪ ਉਹ ਜੂਨ ਜੀ ਕੇ ਦੇਖ ਲਈ ਵੀ ਇਹ ਜੂਨ 'ਚ ਕੁਛ ਨਹੀਂ ਹੈਗਾ, ਬਟ ਉਹ ਐਕਸਪੀਰੀਅੰਸ ਅੱਗੇ ਕੀ ਦਿੱਤਾ, ਨਹੀਂ ਕਰਨਾ ਇਹੀ ਆ। ਫਿਰ ਤੁਸੀਂ ਕੀ ਦੱਸਦੇ ਹੋ ਇੱਥੇ ਆਖਰੀ ਦੇ ਵਿੱਚ? ਮੈਂ ਤੁਹਾਡੇ ਕੋਲ ਪੁੱਛਣਾ, ਜਿਹੜਾ ਤੁਹਾਡੇ ਕੋਲ ਆਉਂਦੇ ਨੇ ਇੱਥੇ ਮੁੰਡੇ ਆਉਂਦੇ ਨੇ, ਉਹਨਾਂ ਨੂੰ ਫਿਰ ਤੁਸੀਂ ਕੀ ਸਮਝਾ ਕੇ ਤੋਰਦੇ ਜਿਹਨਾਂ ਨੂੰ ਲੱਗਦਾ ਹੈ ਕਿ ਕਈ ਵਾਰ ਓਪੋਜ਼ਿਟ ਸੈਕਸ ਵੱਲ ਬੜੇ ਮੁਤਾਸਰ ਹੋ ਜਾਂਦੇ ਨੇ, ਬੜੇ ਖਿੱਚੇ ਜਾਂਦੇ ਨੇ, ਆਕਰਸ਼ਿਤ ਹੋ ਜਾਂਦੇ ਨੇ? ਮੈਂ ਇੱਕ ਗੱਲ 'ਤੇ ਬੜਾ ਫਰੂਕੀ ਸਾਹਿਬ ਵਿਸ਼ਵਾਸ ਕਰਦਾ ਵਾਂ, ਗੁਰੂ ਗ੍ਰੰਥ ਸਾਹਿਬ 'ਤੇ। ਅਤੇ ਜਦੋਂ ਤੁਸੀਂ ਕੁਦਰਤ ਦੇ ਨਾਲ ਹੋ ਜਾਂਦੇ ਹੋ ਨਾ, ਫਿਰ ਕੁਦਰਤ ਤੁਹਾਡਾ ਕਦੇ ਮਾੜਾ ਨਹੀਂ ਹੋਣ ਦੇਊਗੀ। ਕੁਦਰਤ ਦੇ ਹਿੱਤ ਦੀ ਗੱਲ ਕਰੋ, ਕੁਦਰਤ ਦੇ ਨਾਲ ਚੱਲਣ ਦੀ ਗੱਲ ਕਰੋ, ਕੁਦਰਤ ਤੁਹਾਨੂੰ ਸਦਾ ਸੰਭਾਲ ਕੇ ਰੱਖੂਗੀ। ਤੁਸੀਂ ਮਾੜਾ ਜਿਹਾ ਕੁਦਰਤ ਤੋਂ ਐਂਟੀ ਹੋ ਕੇ ਦੇਖੋ, ਆਪੇ ਹੀ ਤੁਹਾਨੂੰ ਟੈਨਸ਼ਨਾਂ ਫੜ ਲੈਣੀਆਂ ਨੇ। ਨਸ਼ੇ ਕਰਨਾ ਇਹ ਕੁਦਰਤ ਤੋਂ ਬਾਹਰ ਆ। ਨਸ਼ੇ ਬਣੇ ਸੀਗੇ ਟਰੀਟਮੈਂਟ ਵਾਸਤੇ। ਭੰਗ ਆ ਉਹ ਇੱਕ ਟਰੀਟਮੈਂਟ ਵਾਸਤੇ ਕੰਮ ਆਉਂਦੀ ਆ, CBD ਹੁੰਦਾ ਉਹ 'ਚ, THCs ਕੰਮ ਆਉਂਦੀਆਂ ਨੇ। ਸ਼ਰਾਬ ਆ ਉਹ ਵੀ ਇੱਕ ਨਸ਼ਾ ਵਾ, ਪਰ ਉਹ ਇੱਕ ਕੰਮ ਆਉਂਦਾ ਸੀ ਕਿਸੇ ਟਾਈਮ 'ਤੇ ਦਵਾਈ ਵਾਂਗੂ। ਉਹ ਸੀਗੀਆਂ ਦਵਾਈਆਂ ਬਣੀਆਂ, ਪਰ ਅੱਜ ਦੀ ਟਾਈਮ 'ਚ ਉਹ ਅਸੀਂ ਕੁਦਰਤ 'ਤੇ ਐਂਟੀ ਚੱਲ ਪਏ। ਜਿੰਨੀ ਲੋੜ ਸੀ ਓਨਾ ਨਹੀਂ ਅਸੀਂ ਲੈ ਰਹੇ। ਹੁਣ ਉਹ ਅਸੀਂ ਆਪ ਹੀ ਰੱਬ ਹਾਂ। ਜੇ ਕੋਈ ਕਹੂਗਾ ਡਾਕਟਰ ਵੀ 30 ml ਲੈਣਾ, 90 ml ਤਾਂ ਰੋਜ਼ ਪੀ ਲਏ ਜੀ। ਮਤਲਬ ਉਹ ਆਪ ਕਹਿ ਰਹੇ ਨੇ ਵੀ ਅਸੀਂ ਰੱਬ ਹਾਂ ਜੀ, ਸਾਨੂੰ ਤੁਸੀਂ ਨਾ ਦੱਸੋ ਬਹੁਤੀਆਂ ਗੱਲਾਂ। ਫਿਰ ਉੱਥੇ ਸਰੈਂਡਰ ਕਰਨਾ ਹੀ ਠੀਕ ਆ ਵੀ ਕੋਈ ਨਹੀਂ, ਕੁਦਰਤ ਦੇ ਐਂਟੀ ਨੇ, ਅਸੀਂ ਸਮਝਾ ਸਕਦੇ ਸੀ। ਹੋ ਸਕਦਾ ਰੱਬ ਨੇ ਸਾਡੇ ਮੂੰਹ ਕੋਈ ਗੱਲ ਕਹਾਉਣੀ ਸੀ, ਤੁਹਾਡੇ ਰਾਹੀਂ ਮੈਸੇਜ ਪਹੁੰਚਾਉਣਾ ਸੀ, ਅਸੀਂ ਕਹਿਤੀ ਗੱਲ ਨਿਬੜ ਗਈ। ਤੁਹਾਨੂੰ ਕਲਿੱਕ ਕਰੇ ਨਾ ਕਰੇ ਅਸੀਂ ਕਿਹੜਾ ਜੀ, ਸਾਨੂੰ ਕਿਹੜਾ ਮਤਲਬ ਕੋਈ ਸਟਾਂਪ ਪੇਪਰ 'ਤੇ ਕੰਟਰੈਕਟ ਕਰਕੇ ਭੇਜਿਆ ਸੀ ਵੀ ਇਹਦੇ ਗੱਲਾਂ ਖਾਨੇ ਪਾ ਕੇ ਹਟਣੀਆਂ। ਜਿਹਦੇ ਪੈਣੀਆਂ, ਜਿਹਨੇ ਜੋ ਚੀਜ਼ ਕੈਚ ਕਰਨੀਆਂ ਨਹੀਂ। ਉਹਦਾ ਮਤਲਬ ਇਹ ਹੈ ਕਿ ਸਾਨੂੰ ਕੁਦਰਤ ਦੇ ਨਾਲ ਜਿਉਣਾ ਚਾਹੀਦਾ, ਕੁਦਰਤ ਲਈ ਜਿਉਣਾ ਚਾਹੀਦਾ ਅਤੇ ਕੁਦਰਤ ਕਰਕੇ ਜਿਉਣਾ ਚਾਹੀਦਾ। 100% ਕੁਦਰਤ ਦੇ ਨਾਲ ਹੀ ਰਹਿਣਾ ਚਾਹੀਦਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਅਯੋਧਿਆ ਜੀ, ਤੁਸੀਂ ਆਪਣਾ ਬੜਾ ਕੀਮਤੀ ਸਮਾਂ ਤੁਹਾਡੇ ਕੋਲ ਹੁੰਦਾ, ਕਿਉਂਕਿ ਤੁਸੀਂ ਵੀ ਇੱਥੇ ਬੈਠੇ ਹੁੰਦੇ ਹੋ, ਫਾਦਰ ਸਾਹਿਬ ਨਾਲ ਆਪਣਾ ਹੱਥ ਵਟਾਉਂਦੇ ਹੋ, ਇਸ ਲਈ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਮੈਂ ਫਰੂਕੀ ਸਾਹਿਬ ਦਾ ਲੱਖ ਲੱਖ ਸ਼ੁਕਰੀਆ ਅਦਾ ਕਰਦਾ। ਮੈਂ ਸੱਚ ਜਾਣਿਓ ਜਿੰਨੇ ਵੀ ਲੋਕ ਇਸ ਟਾਈਮ ਵੀਡੀਓ ਦੇਖ ਰਹੇ ਨੇ ਫਰੂਕੀ ਸਾਹਿਬ, ਮੈਂ ਅੱਗੇ ਵੀ ਤੁਹਾਨੂੰ ਆਫ ਕੈਮਰਾ ਵੀ ਦੱਸਿਆ ਵਾ, ਮੈਂ ਇਸ ਲਾਈਨ ਦੇ ਵਿੱਚ ਨਹੀਂ ਆਉਣਾ ਸੀ, ਮੈਂ ਸ਼ਾਇਦ ਕਦੇ ਨਾ ਆਉਂਦਾ। ਬਟ ਜਦੋਂ ਮੈਂ ਦੇਖਿਆ ਵੀ ਲੋਕ ਮਤਲਬ ਮੇਰੇ ਫਾਦਰ ਨੂੰ ਇਹ ਕਹਿੰਦੇ ਵੀ ਉਹਨਾਂ ਦੇ ਕੋਈ ਵੀ ਇਨਸਾਨ ਨੇ, ਜੇ ਤੁਸੀਂ ਇੱਕ ਵੀ ਇਨਸਾਨ ਦਾ 1% ਵੀ ਜੀਵਨ ਦੇ ਵਿੱਚ ਸੁਖਾਲ ਕਰਤੀ ਨਾ ਜੀ, ਤਾਂ ਸਮਝ ਲਓ ਤੁਹਾਡਾ ਜੀਵਨ ਸਫਲ ਆ। ਸੋ ਉਹ ਚੀਜ਼ ਸੋਚ ਕੇ ਪੈਸਾ ਪੂਸਾ ਬੜੀ ਕਿਰਪਾ ਹੀ, ਮਤਲਬ ਕਿਸੇ ਚੀਜ਼ ਦੀ ਕਮੀ ਰਹੀ ਨਹੀਂ ਕਦੇ ਨਾ। ਫਾਦਰ ਨੇ ਕਦੇ ਇਸ ਤਰ੍ਹਾਂ ਮਹਿਸੂਸ ਕਰਾਇਆ ਵੀ ਆਪਾਂ ਭੱਜਣਾ ਕਿਸੇ ਚੀਜ਼ ਦੇ ਪਿੱਛੇ। ਸੋ ਇੰਨਾ ਕੌਨਫੀਡੈਂਸ ਸੀਗਾ ਵੀ ਕੋਈ ਨਹੀਂ,
ਕੁਦਰਤ ਦੇ ਨਾਲ ਚੱਲ ਸਕਦੇ ਹਾਂ। ਔਰ ਇਹ ਸ਼ਾਇਦ ਮੈਂ ਆਪਦੇ ਫਾਦਰ ਸਾਹਿਬ ਦਾ ਵੀ ਥੈਂਕ ਯੂ ਕਰਦਾ, ਮੇਬੀ ਕਿਤੇ ਨਾ ਕਿਤੇ ਉਹ ਵੈਰੀ ਡੀਪ ਡਾਊਨ ਉਸ ਦਰਖਤ ਦਾ ਬੀਜ ਸਾਡੇ ਵਿੱਚ ਬੀਜਿਆ ਗਿਆ ਸੀਗਾ ਵੀ ਅੱਜ ਨਹੀਂ, ਕੱਲ੍ਹ ਨਹੀਂ, 20 ਸਾਲ ਨਹੀਂ, 22 ਸਾਲ ਬਾਅਦ ਮੁੜੇ ਆਵਾਂਗੇ, ਕਿਉਂਕਿ ਉਹ ਬੂਟਾ ਤਾਂ ਉੱਗੀ ਜਾ ਮੁੜਿਆ ਹੈ। ਉਹ ਮੁੜਿਆ ਏ। ਜੀ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਤਰਨਪ੍ਰੀਤ ਸਿੰਘ ਉਰਫ ਯੋਧਾ, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਨੇ ਔਰ ਤੁਹਾਡੇ ਨਾਲ ਜੋ ਜਜ਼ਬਾਤ ਨੇ ਉਹਨਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਕਿ ਯੋਧੇ ਹੋਰਾਂ ਦੇ ਜਿਹੜੇ ਇਹ ਜਜ਼ਬਾਤ ਨੇ ਉਹਨਾਂ ਦੀ ਕਦਰ ਕਰਦੇ ਹਾਂ। ਜਿਹੜੇ ਯੋਧੇ ਦੇ ਉਮਰ ਦੇ ਮੁੰਡੇ ਕੁੜੀਆਂ ਨੇ ਉਹ ਜ਼ਰੂਰ ਇਹਨਾਂ ਦੀਆਂ ਗੱਲਾਂ ਤੋਂ ਕੁਛ ਨਾ ਕੁਛ ਸਬਕ ਸਿੱਖ ਕੇ ਜਿਹੜਾ ਉਹ ਸਿੱਧੇ ਰਾਹ ਪੈਣਗੇ, ਆਪਣੇ ਪਰਿਵਾਰ ਦਾ, ਕੁਦਰਤ ਦਾ, ਆਪਣੇ ਆਪ ਦਾ, ਜਿਹੜਾ ਕੁਦਰਤ ਦੇ ਨਾਲ ਜੁੜ ਕੇ ਜਿਹੜਾ ਉਹ ਖੁਦ ਦਾ ਅਤੇ ਸਭ ਦਾ ਖਿਆਲ ਉਹ ਜ਼ਰੂਰ ਰੱਖਣਗੇ। ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਜ਼ਰੂਰ ਦਿਓ। ਮੈਨੂੰ ਇਹ ਵੀਡੀਓ ਇੱਥੇ ਹੀ ਖ਼ਤਮ ਕਰਨ ਦੀ ਦੁਆ ਗਿਆ। ਧੰਨਵਾਦ।